ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਰਠ ਮਹੱਲਾ ਪੰਜਵਾ। ਹਿਰਦੈ ਨਾਮ ਵਸਾਇਓ ਹੋ, ਘਰ ਬੈਠੇ ਗੁਰੂ ਧਿਆਇਓ ਹੋ। ਗੁਰਪੂਰੈ ਸਚ ਕਹਿਆ, ਸੋ ਸੁਖ ਸਾਚਾ ਲਹਿਆ। ਹਿਰਦੈ ਨਾਮ ਵਸਾਇਓ ਹੋ, ਘਰ ਬੈਠੇ ਗੁਰੂ ਧਿਆਇਓ ਹੋ। ਗੁਰਪੂਰੈ ਸਚ ਕਹਿਆ, ਸੋ ਸੁਖ ਸਾਚਾ ਲਹਿਆ। ਆਪਣਾ ਹੋਇਓ ਗੁਰ ਮਿਹਰਵਾਨਾ, ਆਨੰਦ ਸੁਖ ਕਲਿਆਣ ਮੰਗਲ ਸਿਓ। ਘਰ ਆਏ ਕਰ ਇਸਨਾਨਾ, ਰਹਾਉ ਸਾਚੀ ਗੁਰ ਵਡਿਆਈ। ਤਾਕੀ ਕੀਮਤ ਕਹਿਣ ਨਾ ਜਾਏ, ਸਿਰ ਸਾਹਾਂ ਪਾਤਸ਼ਾਹ। ਗੁਰ ਭੇਟਤ ਮਨ ਓ ਮਾਹਾ, ਸਗਲ ਪਰਾਛਤ ਲਾਥੇ। ਮਿਲ ਸਾਧ ਸੰਗਤ ਕੈ ਸਾਥੇ, ਗੁਣ ਨਿਦਾਨ ਹਰ ਨਾਮਾ। ਜਪ ਪੂਰਨ ਹੋਏ ਕਾਮਾ, ਗੁਰ ਕੀਨੋ ਮੁਕਤ ਦੁਆਰਾ। ਸਭ ਸ੍ਰਿਸ਼ਟ ਕਰੈ ਜੈਕਾਰਾ। ਨਾਨਕ ਪ੍ਰਭ ਮੇਰਾ ਸਾਥੇ, ਜਨਮ ਮਰਨ ਭੈ ਲਾਥੇ। ਗੁਰ ਕੀਨੋ ਮੁਕਤ ਦੁਆਰਾ। ਸਭ ਸ੍ਰਿਸ਼ਟ ਕਰੈ ਜੈਕਾਰਾ। ਨਾਨਕ ਪ੍ਰਭ ਮੇਰਾ ਸਾਥੇ, ਜਨਮ ਮਰਨ ਭੈ ਲਾਥੇ। ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਗੁਰ ਪੂਰੈ ਸੱਚ ਕਹਿਆ, ਸੋ ਸੁਖ ਸਾਚਾ ਲਹਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਰਵਣ ਕੀਤੇ ਨੇ ਅੱਜ ਦੇ ਪਵਿੱਤਰ ਪਾਵਨ ਮਹਾਫਰਮਾਨ। ਅੱਜ ਦੇ ਹੁਕਮਨਾਮਾ ਸਾਹਿਬ ਜੀ। ਪਵਿੱਤਰ ਪਾਵਨ ਮਹਾਫਰਮਾਨ ਸੋਰਠ ਰਾਗ ਦੇ ਵਿੱਚ ਪਾਤਸ਼ਾਹ ਪੰਚਮ ਸ਼ਹੀਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਏ ਨੇ। ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਏ ਅੱਜ ਦੇ ਹੁਕਮਨਾਮਾ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ੁਭ ਅੰਗ ਨੰਬਰ 621 ਉੱਪਰ ਸੁਭਾਇਮਾਨ ਹੋਇਆ ਦੇਖਿਆ ਜਾ ਸਕਦਾ ਹੈ। ਆਪ ਜੀ ਤੋਂ ਖਿਮਾ ਮੰਗ ਕੇ ਸਤਿਗੁਰਾਂ ਤੋਂ ਅਸੀਸ ਲੈ ਕੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਵਾਰਤਾ ਸ਼ੁਰੂ ਕਰਦਾ ਹੈ। ਅੱਜ ਦਾ ਪਾਵਨ ਪਵਿੱਤਰ ਮਹਾਫਰਮਾਨ ਪਾਤਸ਼ਾਹ ਪੰਚਮ ਸ਼ਹੀਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਦੇ ਵਿੱਚੋਂ ਬਖਸ਼ਿਸ਼ ਹੋਇਆ ਹੈ। ਸੋਰਠ ਰਾਗ ਦੇ ਵਿੱਚ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਬਖਸ਼ਿਸ਼ਣਾ ਹੈ। ਅਗਰ ਕੋਈ ਰਾਗੀ ਜਨ, ਕੋਈ ਗਾਇਕ ਜਨ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਵਿੱਤਰ ਗਾਇਨਾ ਕਰਨੀ ਚਾਹਣ, ਰਾਗਾਂ ਦੇ ਵਿੱਚ ਗਾਇਨਾ ਕਰਨੀ ਚਾਹਣ ਤਾਂ ਸਤਿਗੁਰਾਂ ਵੱਲੋਂ ਮਿੱਥਿਆ ਹੁਕਮਨ ਰਾਗ ਸੋਰਠ ਹੈ। ਮਹੱਲਾ ਪੰਜਵਾਂ ਦਾ ਅਰਥ ਹੈ ਪਾਤਸ਼ਾਹ ਪੰਚਮ ਸ਼ਹੀਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ੁਭ ਅੰਗ ਨੰਬਰ 621 ਉੱਪਰ ਸੁਭਾਇਮਾਨ। ਹਿਰਦੇ ਨਾਮ ਵਸਾਇਹੁ, ਘਰ ਬੈਠੇ ਘਰ ਧਿਆਇਹੁ। ਗੁਰ ਪੂਰੇ ਸੱਚ ਕਹਿਆ, ਸੋ ਸੁਖ ਸਾਚਾ ਲਿਆ। ਸਤਿਗੁਰਾਂ ਨੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਇੱਕ ਘਰ ਦੀ ਗੱਲ ਕੀਤੀ ਹੈ। ਘਰ ਤੋਂ ਪਹਿਲਾਂ ਸਤਿਗੁਰਾਂ ਨੇ ਸ਼ਬਦ ਹਿਰਦੇ ਵਰਤਿਆ ਹੈ। ਘਰ ਤੋਂ ਗੱਲ ਸ਼ੁਰੂ ਕਰਨ ਦਾ ਇੱਕ ਮਨੋਰਥ ਹੈ, ਕਿਉਂਕਿ ਸਤਿਗੁਰਾਂ ਨੇ ਅਗਲੀਆਂ ਪਾਵਨ ਪੰਕਤੀਆਂ ਦੇ ਵਿੱਚ ਉਸ ਘਰ ਦੀ ਗੱਲ ਸਾਨੂੰ ਸਮਝਾਣੀ ਹੈ ਜਿਸ ਘਰ ਦੇ ਵਿੱਚ ਆਖਰ ਮਨੁੱਖ ਨੇ ਜਾਣਾ ਹੈ। ਅਨੰਦ ਸੁਖ ਕਲਿਆਣ ਮੰਗਲ ਸਿਉ ਘਰ ਆਏ ਕਰ ਇਸਨਾਨਾ, ਇਹ ਰਹਾਉ ਦੀ ਮੁਬਾਰਕ ਪੰਕਤੀ ਹੈ। ਇਸ ਘਰ ਦੇ ਵਿੱਚ ਖੁਸ਼ੀ ਦੇ ਨਾਲ ਸੁੱਖ ਦੇ ਗੀਤ ਗਾਉਂਦਾ ਹੋਇਆ ਮਨੁੱਖ ਕਿਸ ਵਕਤ ਜਾਂਦਾ ਹੈ? ਜਿਸ ਵਕਤ ਉਹ ਇਸ਼ਨਾਨ ਕਰ ਲੈਂਦਾ ਹੈ। ਹੁਣ ਜ਼ਾਹਿਰ ਤੌਰ ਪਰ ਇੱਥੇ ਘਰ ਦਾ ਮਤਲਬ ਵੀ ਕੁਝ ਹੋਰ ਹੈ, ਇਸ਼ਨਾਨ ਦਾ ਮਤਲਬ ਵੀ ਕੁਝ ਹੋਰ ਹੈ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਗੱਲ ਕੀਤੀ ਹੈ ਹਿਰਦੇ ਨਾਮ ਵਸਾਇਹੁ। ਵਸਾਇਹੁ ਦਾ ਮਤਲਬ ਹੈ ਵਸਾ ਲਓ। ਹਿਰਦੇ ਦੇ ਘਰ ਦੇ ਵਿੱਚ, ਹਿਰਦੇ ਵਿੱਚ, ਮਨ ਵਿੱਚ, ਦਿਲ ਵਿੱਚ। ਕਿਉਂਕਿ ਜਿਹੜੀ ਚੀਜ਼ ਮਨ ਦੇ ਵਿੱਚ ਵਸੀ ਹੁੰਦੀ ਹੈ ਅਸਲ ਦੇ ਵਿੱਚ ਉਹੀ ਚੀਜ਼ ਮਨੁੱਖ ਨੂੰ ਚੇਤੇ ਰਹਿੰਦੀ ਹੈ। ਅਗਰ ਮਨੁੱਖ ਕੋਈ ਚੀਜ਼ ਭੁੱਲ ਗਿਆ ਤਾਂ ਉਸ ਦੇ ਲਈ ਮਨੁੱਖ ਹਮੇਸ਼ਾ ਇੱਕ ਸ਼ਬਦ ਇਸਤੇਮਾਲ ਕਰਦਾ, ਜੀ ਮਨੋਂ ਵਿਸਰ ਗਈ, ਭੁੱਲ ਗਈ, ਮਨੋਂ ਹੀ ਭੁੱਲ ਗਈ ਸੀ। ਮਨੋਂ ਵਿਸਰ ਗਈ ਕਿਹੜੀ ਚੀਜ਼? ਜਿਹੜੀ ਚੀਜ਼ ਦੀ ਲੋੜ ਨਹੀਂ ਹੈ ਉਹੀ ਉਹ ਵਿਸਰਦੀ ਹੈ। ਜਿਸ ਚੀਜ਼ ਦੀ ਲੋੜ ਹੈ ਖਿਮਾ ਕਰਨੀ, ਮਨੁੱਖ ਨੂੰ ਉਹ ਚੀਜ਼ ਕਦੀ ਨਹੀਂ ਵਿਸਰਦੀ। ਜਿਸ ਚੀਜ਼ ਦੀ ਲੋੜ ਨਹੀਂ ਉਹ ਚੀਜ਼ ਵਿਸਰੀ ਹੈ। ਕਿਵੇਂ? ਸਤਿਗੁਰ ਪਾਤਸ਼ਾਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵਾਰੀ ਬ੍ਰਹਮ ਭੋਜ ਕੀਤਾ ਹੈ, ਔਰ ਜਿਸ ਵਕਤ ਬ੍ਰਾਹਮਣਾਂ ਨੂੰ ਪਤਾ ਲੱਗਾ ਕਿ ਸਤਿਗੁਰਾਂ ਨੇ ਬ੍ਰਹਮ ਭੋਜ ਕੀਤਾ ਹੈ ਤਾਂ ਬ੍ਰਾਹਮਣ ਬਗੈਰ ਸੱਦੇ ਹੀ ਪਹੁੰਚ ਗਏ, ਕਿਉਂਕਿ ਬ੍ਰਹਮ ਭੋਜ ਹੈ ਇਸ ਕਰਕੇ ਸਾਡਾ ਹੱਕ ਹੈ। ਹੁਣ ਬਗੈਰ ਸੱਦੇ ਪਹੁੰਚ ਗਏ ਨੇ, ਸੋਚ ਰਹੇ ਨੇ ਕਿ ਸਤਿਗੁਰ ਸ਼ਾਇਦ ਮੁੱਢਲੀ ਕਤਾਰ ਵਿੱਚ, ਅਗਲੀ ਕਤਾਰ ਵਿੱਚ ਉਹਨਾਂ ਨੂੰ ਬਿਠਾਉਣਗੇ। ਪਾਤਸ਼ਾਹ ਨੇ ਐਸਾ ਵੀ ਨਹੀਂ ਕੀਤਾ।
ਕਿਉਂਕਿ ਗੁਰੂ ਘਰ ਦੀ ਇਹ ਪਰੰਪਰਾ ਹੈ ਕਿ ਲੰਗਰ ਦੇ ਵਿੱਚ ਪੰਗਤ ਕੇਵਲ ਇੱਕ ਹੈ ਔਰ ਉਹ ਇੱਕ ਪੰਗਤ ਸਭਨਾਂ ਵਾਸਤੇ ਹੈ। ਕਿਉਂਕਿ ਗੁਰੂ ਘਰ ਦੇ ਵਿੱਚ ਕੋਈ ਨੀਵਾਂ ਕੋਈ ਉੱਚਾ ਨਹੀਂ। ਵਿਪਰ ਫਿਰ ਨਾਰਾਜ਼ ਹੋਏ, ਪਹਿਲਾਂ ਬੁਲਾਇਆ ਨਹੀਂ, ਫਿਰ ਪਹਿਲੀ ਕਤਾਰ ਵਿੱਚ ਬਿਠਾਇਆ ਨਹੀਂ। ਆਖਰ ਭੋਜ ਜਦੋਂ ਖਤਮ ਹੋਇਆ ਤਾਂ ਸਤਿਗੁਰਾਂ ਨੂੰ ਕਹਿਣ ਲੱਗੇ, ਨਾਮ ਤਾਂ ਬ੍ਰਹਮ ਭੋਜ ਰੱਖਿਆ, ਬ੍ਰਾਹਮਣਾਂ ਨੂੰ ਸੱਦਿਆ ਹੀ ਨਹੀਂ। ਸਤਿਗੁਰ ਕਹਿਣ ਲੱਗੇ, ਵਿਪਰ ਜੀ ਨਾਰਾਜ਼ ਨਹੀਂ ਹੋਵੋ, ਭੁੱਲ ਹੋ ਗਈ, ਯਾਦ ਨਹੀਂ ਰਿਹਾ, ਵਿਸਰ ਗਿਆ। ਗੁਰਸਿੱਖ ਸਤਿਗੁਰਾਂ ਨੂੰ ਸਵਾਲ ਕਰਦੇ ਨੇ, ਪਾਤਸ਼ਾਹ ਆਪ ਵਿਸਰ ਜਾਓ ਐਸਾ ਹੋ ਨਹੀਂ ਸਕਦਾ, ਆਪ ਭੁੱਲ ਜਾਓ ਐਸਾ ਹੋ ਨਹੀਂ ਸਕਦਾ। ਇਸ ਵਿੱਚ ਵੀ ਕੋਈ ਰਮਜ਼ ਹੈ। ਗੁਰੂ ਕੋਈ ਗੱਲ ਭੁੱਲ ਜਾਵੇ ਐਸਾ ਕਿਵੇਂ ਹੋ ਸਕਦਾ ਹੈ? ਸਤਿਗੁਰ ਕਹਿਣ ਲੱਗੇ, ਅਸਲ ਦੇ ਵਿੱਚ ਜਿਨ੍ਹਾਂ ਦੀ ਲੋੜ ਨਹੀਂ ਉਹਨਾਂ ਨੂੰ ਭੁੱਲ ਜਾਣਾ ਹੀ ਠੀਕ ਹੈ। ਸਾਨੂੰ ਹੁਣ ਕਰਮ ਕਾਂਡਾਂ ਦੀ ਲੋੜ ਨਹੀਂ, ਔਰ ਵਿਪਰ ਕੇਵਲ ਮਨੁੱਖ ਨੂੰ ਕਰਮ ਕਾਂਡਾਂ ਦੇ ਵਿੱਚ ਪਾਉਂਦੇ ਨੇ। ਇਸ ਕਰਕੇ ਅਸੀਂ ਕਰਮ ਕਾਂਡਾਂ ਦੇ ਵਿੱਚੋਂ ਲੋਕਾਂ ਨੂੰ ਕੱਢਣਾ ਹੈ, ਤੇ ਜਿਹੜੇ ਲੋਕ ਕਰਮ ਕਾਂਡਾਂ ਵਿੱਚ ਮਨੁੱਖਤਾ ਨੂੰ ਪਾ ਰਹੇ ਨੇ ਉਹਨਾਂ ਨੂੰ ਵਿਸਰ ਜਾਣਾ ਹੀ ਭਲਾ, ਉਹਨਾਂ ਦੀ ਲੋੜ ਨਹੀਂ, ਕਿਉਂਕਿ ਉਹ ਹਉਮੈ ਦੇ ਮਾਰੇ ਆਏ ਨੇ। ਇਹ ਪਰਮ ਭੋਜਨ ਨਹੀਂ ਸੀ, ਇਹ ਲੰਗਰ ਸੀ। ਮੈਂ ਨਾਮ ਇਸ ਕਰਕੇ ਬ੍ਰਹਮ ਭੋਜ ਰੱਖਿਆ ਤਾਂ ਕਿ ਲੋਕਾਂ ਨੂੰ ਸਮਝ ਲੱਗ ਸਕੇ ਕਿ ਅਸਲ ਉਹ ਲੰਗਰ ਹੀ ਬ੍ਰਹਮ ਭੋਜ ਹੈ, ਜਿਸ ਦੇ ਵਿੱਚ ਉਹ ਬੈਠਦੇ ਨੇ ਜਿਹੜੇ ਨਾਮ ਨੂੰ ਵਿਸਾਰਦੇ ਨਹੀਂ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਵਿਚਾਰਦੇ ਨੇ ਜਿਹੜੇ ਅਕਾਲ ਪੁਰਖ ਦਾ ਨਾਮ, ਵਾਹਿਗੁਰੂ ਦਾ ਨਾਮ, ਬ੍ਰਹਮ ਦਾ ਨਾਮ, ਉਹ ਬ੍ਰਾਹਮਣ ਨੇ, ਉਹੀ ਲੰਗਰ ਦੇ ਹੱਕਦਾਰ ਨੇ। ਇਸ ਕਰਕੇ ਉਹਨਾਂ ਨੂੰ ਭੁੱਲ ਗਏ, ਕਿਉਂਕਿ ਉਹਨਾਂ ਦੀ ਲੋੜ ਨਹੀਂ। ਹੁਣ ਕਰਮ ਕਰਨਾ ਦੀ ਲੋੜ ਨਹੀਂ, ਯਾਦ ਅਸੀਂ ਉਹਨਾਂ ਨੂੰ ਤਾਂ ਰੱਖੀਏ ਜੇ ਸਾਨੂੰ ਉਹਨਾਂ ਦੀ ਲੋੜ ਹੋਵੇ ਤਾਂ। ਮਨੁੱਖ ਨੂੰ ਜਿਸ ਚੀਜ਼ ਦੀ ਲੋੜ ਹੈ, ਮਨੁੱਖ ਉਸ ਚੀਜ਼ ਨੂੰ ਕਦੀ ਨਹੀਂ ਭੁੱਲਦਾ। ਆਤਮਿਕ ਅਵਸਥਾ ਦੇ ਵਿੱਚ ਜਿਸ ਗੁਰਸਿੱਖ ਨੂੰ ਨਾਮ ਦੀ ਲੋੜ ਹੈ, ਉਹ ਕਿਵੇਂ ਨਾਮ ਵਿਸਰ ਜਾਏਗਾ? ਅਗਰ ਉਹ ਆਤਮਿਕ ਪੱਖੋਂ ਜੀਵਿਤ ਹੈ ਤਾਂ। ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਜਾਂ ਮੈਂ ਆਪਣੇ ਵਰਗਿਆਂ ਦੀ ਵੀ ਗੱਲ ਨਹੀਂ ਕਰ ਰਿਹਾ, ਮੈਂ ਗੁਰਸਿੱਖਾਂ ਦੀ ਗੱਲ ਕਰ ਰਿਹਾ। ਉਹ ਗੁਰਸਿੱਖ ਜਿਨ੍ਹਾਂ ਨੂੰ ਆਤਮਿਕ ਪੱਖੋਂ ਆਪਣੀ ਜੀਵਨਾਂ ਦੇ ਲਈ ਅਕਾਲ ਪੁਰਖ ਦੇ, ਵਾਹਿਗੁਰੂ ਦੇ ਨਾਮ ਦੀ ਲੋੜ ਹੈ, ਉਹ ਕਿਵੇਂ ਵਿਸਰ ਜਾਣਗੇ, ਕਿਵੇਂ ਭੁੱਲ ਜਾਣਗੇ? ਲੋੜ ਹੈ, ਇਸ ਕਰਕੇ ਹਿਰਦੇ ਦੇ ਵਿੱਚ ਉਹ ਵਸਾ ਕੇ ਰੱਖਣਗੇ, ਯਾਦ ਰੱਖਣਗੇ ਹਮੇਸ਼ਾ। ਹਿਰਦੇ ਨਾਮ ਵਸਾਏ ਹੋ, ਵਸਾ ਲਓ ਹਿਰਦੇ ਦੇ ਵਿੱਚ ਨਾਮ। ਤੋ ਹਿਰਦੇ ਦੇ ਵਿੱਚ ਨਾਮ ਨੂੰ ਵਸਾ ਕੇ ਸਤਿਗੁਰ ਕਹਿੰਦੇ ਨੇ, ਫਿਰ ਹੋਏਗਾ ਕਿ ਘਰ ਬੈਠੇ ਗੁਰ ਧਿਆਏ ਹੋ। ਘਰ ਦੇ ਵਿੱਚ ਬੈਠਿਆਂ ਹੀ ਗੁਰੂ ਨੂੰ ਧਿਆਉਣ ਦੀ ਅਵਸਥਾ। ਹਿਰਦੇ ਵਿੱਚ ਅਕਾਲ ਪੁਰਖ ਦੇ ਨਾਮ ਨੂੰ ਵਸਾ ਲਓ। ਔਰ ਕਿਹੜੇ ਘਰ ਦੇ ਵਿੱਚ ਬੈਠ ਕੇ? ਆਪ ਨੂੰ ਯਾਦ ਹੋਏਗਾ ਕਿ ਸਾਡੇ ਖਿਲਾਫ ਪ੍ਰਚਾਰ ਕੀਤਾ ਗਿਆ ਕਿ ਇਹ ਪੰਜਾਬ ਰੇਡੀਓ ਵਾਲੇ ਲੋਕਾਂ ਨੂੰ ਗੁਰਦੁਆਰੇ ਜਾਣ ਤੋਂ ਰੋਕਦੇ ਨੇ। ਐਸਾ ਪ੍ਰਚਾਰ ਕੀਤਾ ਗਿਆ। ਹੁਣ ਸਤਿਗੁਰ ਕਹਿੰਦੇ ਨੇ, ਘਰ ਬੈਠੇ ਗੁਰ ਧਿਆਏ ਹੋ। ਕਿਹੜੇ ਘਰ ਦੀ ਗੱਲ ਹੈ? ਪਾਤਸ਼ਾਹ ਕਹਿੰਦੇ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਔਰ ਗੁਰਦੁਆਰ ਜਾਣ ਦੀ ਗੱਲ। ਗੁਰਦੁਆਰੇ ਹੋਏ, ਜਿਹੜਾ ਗੁਰਦੁਆਰੇ ਜਾ ਕੇ ਹੋ ਜਾਏਗਾ ਵਾਹਿਗੁਰੂ ਦਾ, ਅਕਾਲ ਪੁਰਖ ਦਾ ਭਾਂਡਾ, ਹੱਛਾ ਸੋਈ ਜੋਤਿਸ ਭਾਵਸੀ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਵਸੀ। ਗੁਰਦੁਆਰੇ ਹੋਏ ਸੋ ਜੀ ਭਾਵਸੀ। ਏਤ ਦੁਆਰੇ ਧੋਏ ਹੱਛਾ ਹੋਵਸੀ। ਗੁਰਦੁਆਰੇ ਹੋਏ, ਹੋ ਜਾਏਗਾ ਜਿਹੜਾ ਗੁਰਦੁਆਰੇ ਜਾ ਕੇ ਗੁਰੂ ਦਾ, ਉਸ ਦੇ ਮਨ ਵਿੱਚ ਵਸੇਗਾ ਨਾਮ। ਫਿਰ ਉਹ ਸਿਮਰਨ ਕਿੱਥੇ ਬੈਠ ਕੇ ਕਰੇਗਾ? ਘਰ ਬੈਠੇ ਗੁਰ ਧਿਆਏ ਹੋ। ਘਰ ਦੇ ਵਿੱਚ ਬੈਠਣ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਉਸ ਨਿੱਜ ਘਰ ਦੇ ਵਿੱਚ ਬੈਠਣਾ ਹੈ, ਜਿਹੜਾ ਘਰ ਅਸੀਂ ਇੱਟਾਂ ਵੱਟਿਆਂ ਦਾ ਬਣਾ ਲਿਆ। ਇਹ ਨਿੱਜ ਘਰ ਨਹੀਂ ਹੈ, ਇਹ ਥਿਰ ਘਰ ਹੈ। ਇਸ ਕਰਕੇ ਜਿਹੜੇ ਗੱਲ ਨਹੀਂ ਸਮਝ ਸਕੇ, ਉਹਨਾਂ ਨੇ ਐਸਾ ਪ੍ਰਚਾਰ ਕੀਤਾ, ਜਾਂ ਫਿਰ ਦੁਸ਼ਪ੍ਰਚਾਰ ਕਿਸੇ ਮੰਦੀ ਨੀਅਤ ਨਾਲ। ਕਿਉਂਕਿ ਦੁਸ਼ਪ੍ਰਚਾਰ ਦੇ ਪਿੱਛੇ ਨੀਅਤ ਭਾਵਨਾ ਚੰਗੀ ਨਹੀਂ ਹੁੰਦੀ ਕਦੀ ਵੀ। ਨੀਅਤ ਮੰਦੀ ਹੈ ਤਾਂ ਹੀ ਦੁਸ਼ਪ੍ਰਚਾਰ ਹੋਵੇਗਾ।
ਇਸੇ ਕਰਕੇ ਫਿਰ ਪਾਤਸ਼ਾਹ ਨੇ ਜਦੋਂ ਘਰ ਬੈਠੇ ਗੁਰ ਧਿਆਏ ਹੋ ਦੀ ਗੱਲ ਸਮਝਾਣੀ ਚਾਹੀ, ਕਿਉਂਕਿ ਕੇਂਦਰੀ ਭਾਵ ਜਿਹੜਾ ਉਹ ਰਹਾਉ ਹੈ, ਔਰ ਰਹਾਉ ਦੇ ਵਿੱਚ ਉਹੀ ਗੱਲ ਕਹੀ ਜਾਂਦੀ ਹੈ ਜਿਹੜੀ ਸਤਿਗੁਰ ਸਮਝਾਉਣਾ ਚਾਹੁੰਦੇ ਨੇ। ਔਰ ਇਸ ਕਰਕੇ ਰਹਾਉ ਦੇ ਨਾਲ ਅੰਤਰੀਵ ਭਾਵਨਾ ਦੇ ਲਈ ਜੁੜਨਾ ਜ਼ਰੂਰੀ ਹੈ। ਤੇ ਰਹਾਉ ਦੇ ਵਿੱਚ ਵੀ ਪਾਤਸ਼ਾਹ ਨੇ ਫਿਰ ਘਰ ਦੀ ਹੀ ਗੱਲ ਕੀਤੀ ਹੈ। ਅਨੰਦ ਸੁਖ ਕਲਿਆਣ ਮੰਗਲ ਸਿਉ ਘਰ ਆਏ, ਕਰ ਇਸਨਾਨਾ। ਕਿਹੜੇ ਘਰ ਆਏ, ਕਿਸ ਕਿਸਮ ਦਾ ਇਸਨਾਨ। ਸਤਿਗੁਰੂ ਜੀ ਨੇ ਘਰ ਦਾ ਜ਼ਿਕਰ ਅਨੇਕਾਂ ਵਾਰ ਬਾਣੀ ਦੇ ਵਿੱਚ ਕੀਤਾ, ਗੁਰਮਤਿ ਵਿੱਚ ਕੀਤਾ, ਆਪਾਂ ਸਮਝਦੇ ਹਾਂ। ਔਰ ਪਾਤਸ਼ਾਹ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਨਾਨਕ ਘਰ ਹੀ ਬੈਠੀਆਂ ਸੌ ਮਿਲੇ। ਕਿਹੜੇ ਘਰ ਦੇ ਵਿੱਚ ਔਰ ਕਿਸ ਵਕਤ ਘਰ ਦੇ ਵਿੱਚ ਬੈਠੀਆਂ? ਬਾਬਾ ਫਰੀਦ ਜੀ ਦੀ ਪਵਿੱਤਰ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 1383 ਸਲੋਕਾਂ ਦੇ ਵਿੱਚ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਪਾੜ ਪਟੋਲਾ ਤਜ ਕਰੀ ਕਮਲੜੀ ਪਹਿਰਿਓ। ਜਿੰਨੀ ਵੇਸੀ ਸੌ ਮਿਲੇ ਸਹੀ ਵੇਸ ਕਰਿਓ। ਮੈਂ ਆਪਣਾ ਪਟੋਲਾ ਪਾੜਦੀਆਂ ਔਰ ਇੱਥੋਂ ਤੱਕ ਪਾੜਦੀਆਂ ਕਿ ਧੱਜ ਕਰੀ, ਉਸ ਦੀਆਂ ਧੱਜੀਆਂ ਕਰਦੀਆਂ, ਲੀਰੋ ਲੀਰ ਕਰਦੀਆਂ। ਪਟੋਲਾ ਸਿਰ ਉੱਪਰ ਲੈਣ ਵਾਲਾ ਇੱਕ ਪੱਟ ਹੈ, ਪੱਟ ਦਾ ਕੱਪੜਾ ਹੈ। ਕਿਉਂਕਿ ਜਿਹੜੇ ਸੂਫੀ ਲੋਕ ਸਨ, ਬਾਬਾ ਫਰੀਦ ਜੀ ਸੂਫੀ ਸਨ, ਸੂਫੀ ਲੋਕ ਕਮਲੜੀ ਪਹਿਰਿਆ ਕਰਦੇ ਸਨ, ਕੰਬਲ ਪਾਇਆ ਕਰਦੇ ਸਨ। ਸੂਫ ਦਾ ਉਹ ਕੰਬਲ ਹੁੰਦਾ ਸੀ। ਬਾਬਾ ਫਰੀਦ ਕਹਿੰਦੇ ਨੇ ਕਿ ਫਰੀਦਾ ਪਾੜ ਪਟੋਲਾ ਤਜ ਕਰੀ ਕਮਲੜੀ ਪਹਿਰਿਓ, ਜਿੰਨੀ ਵੇਸੀ ਸੋ ਮਿਲੇ ਸੋਈ ਵੇਸ ਕਰਿਓ। ਅਗਰ ਇਸ ਵੇਸ ਦੇ ਕੀਤਿਆਂ ਅਕਾਲ ਪੁਰਖ ਪਰਮਾਤਮਾ ਮਿਲ ਪਵੇ ਤਾਂ ਮੈਂ ਵੇਸ ਕਰਨ ਦੇ ਲਈ ਤਿਆਰ ਹਾਂ। ਹੁਣ ਜਿਹੜਾ ਪਟੋਲਾ ਪਾੜਨਾ ਹੈ, ਪਹਿਲੀ ਗੱਲ ਤਾਂ ਪਟੋਲਾ ਪਾੜਨਾ ਹੀ ਕਿਉਂ ਹੈ? ਉਚੇਚੇ ਤੌਰ ਪਰ ਪਾੜਨਾ ਹੈ ਇਸ ਕਰਕੇ ਤਾਂ ਕਿ ਇਸ ਵੇਸ ਦੇ ਨਾਲ ਪਰਮਾਤਮਾ ਮਿਲੇਗਾ, ਪਰਮਾਤਮਾ ਵੇਸ ਦੇ ਨਾਲ ਨਹੀਂ ਮਿਲੇਗਾ। ਐਸਾ ਗੁਰਮਤਿ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ। ਅਕਾਲ ਪੁਰਖ ਭੇਖ ਦੇ ਵਿੱਚ ਨਹੀਂ ਹੈ। ਇਸੇ ਕਰਕੇ ਸੰਸਾਰ ਦੇ ਵਿੱਚ ਭੇਖੀ ਲੋਕ ਸਫਲ ਹੋ ਜਾਂਦੇ ਨੇ, ਪਰ ਗੁਰਦੁਆਰ, ਆਤਮਿਕ ਦੁਆਰ, ਰੱਬ ਦੇ ਦੁਆਰ ਉੱਪਰ ਜਾ ਕੇ ਉਹ ਸਫਲ ਨਹੀਂ ਹੋ ਸਕਦੇ। ਐਸਾ ਗੁਰਮਤਿ ਕਹਿੰਦੀ ਹੈ। ਕਿਉਂਕਿ ਸੰਸਾਰ ਦੇ ਵਿੱਚ ਹੈ ਹੀ ਭੇਖ, ਔਰ ਗੁਰਮਤਿ ਦੇ ਵਿੱਚ ਭੇਖ ਦੀ ਮਨਾਹੀ ਹੈ। ਹਾਂ, ਪਟੋਲਾ ਉਸ ਤਰ੍ਹਾਂ ਪਾਟ ਜਾਵੇ ਗਰੀਬੀ ਗੁਰਬਤ ਦੇ ਕਾਰਨ, ਲੇਕਿਨ ਇਸ ਪਟੋਲੇ ਨੂੰ ਉਚੇਚੇ ਤੌਰ ਉੱਪਰ ਪਾੜਿਆ ਜਾ ਰਿਹਾ ਹੈ। ਉਚੇਚਾਪਨ ਗੁਰਮਤਿ ਦੇ ਵਿੱਚ ਪ੍ਰਵਾਨ ਨਹੀਂ ਹੈ। ਜਿਵੇਂ ਸਤਿਗੁਰਾਂ ਨੇ ਸਾਨੂੰ ਸਹਿਜ ਦੀ ਅਵਸਥਾ ਦੱਸੀ ਹੈ, ਸਹਿਜ ਦੀ ਅਵਸਥਾ ਦੇ ਵਿੱਚ ਕੋਈ ਵੀ ਉਚੇਚਾਪਨ ਨਹੀਂ ਹੈ। ਔਰ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਅਨੇਕਾਂ ਵਾਰ ਬੇਨਤੀ ਕੀਤੀ ਹੈ ਕਿ ਜਿਵੇਂ ਕਿਸੇ ਨੇ ਆਰਤੀ ਉਤਾਰੀ ਹੈ, ਉਚੇਚੇ ਤੌਰ ਉੱਪਰ ਉਹਨੂੰ ਥਾਲ ਖਰੀਦਣੀ ਪਈ, ਉਚੇਚੇ ਤੌਰ ਉੱਪਰ ਉਸ ਨੂੰ ਦੀਵਾ ਬਾਤੀ ਖਰੀਦਣੀ ਪਈ, ਉਚੇਚੇ ਤੌਰ ਉੱਪਰ ਉਸ ਨੂੰ ਹੋਰ ਸਮੱਗਰੀ ਜਿਹੜੀ ਆਰਤੀ ਵਾਸਤੇ ਉਹ ਖਰੀਦਣੀ ਪਈ। ਔਰ ਖਿਮਾ ਕਰਨੀ, ਜਿਸ ਮੂਰਤੀ ਦੇ ਅੱਗੇ ਉਸਨੇ ਆਰਤੀ ਉਤਾਰਨੀ, ਉਹ ਮੂਰਤੀ ਵੀ ਉਸ ਨੂੰ ਖਰੀਦਣੀ ਪਈ। ਖਰੀਦ ਕੇ ਲਿਆਇਆ, ਇੱਕ ਭਵਨ ਦੇ ਵਿੱਚ ਉਸ ਨੂੰ ਟਿਕਾ ਦਿੱਤਾ, ਉਸ ਨੂੰ ਉਸਨੇ ਮੰਦਰ ਰੱਖਿਆ ਔਰ ਉਸ ਦੇ ਵਿੱਚ ਉਸ ਦੀ ਆਰਤੀ ਉਤਾਰੀ। ਸਭ ਕੁਝ ਉਚੇਚਾਪਨ ਹੋ ਰਿਹਾ ਹੈ। ਸਤਿਗੁਰ ਸਹਿਜ ਦੀ ਅਵਸਥਾ ਦੱਸ ਰਹੇ ਨੇ, ਗਗਨ ਮੈਂ ਥਾਲ। ਹੋ ਸਕਦਾ ਹੈ ਕਿ ਕਿਸੇ ਕੋਨੇ ਵਿੱਚ ਤੈਨੂੰ ਥਾਲ ਨਾ ਮਿਲੇ, ਹੋ ਸਕਦਾ ਹੈ ਕਿਸੇ ਸੰਸਾਰ ਦੇ ਕੋਨੇ ਵਿੱਚ ਤੈਨੂੰ ਦੀਵਾ ਬਾਤੀ ਨਾ ਮਿਲੇ ਜਾਂ ਪੱਥਰ ਦੀ ਮੂਰਤੀ ਨਾ ਮਿਲੇ, ਹੋ ਸਕਦਾ ਹੈ ਕਿਸੇ ਐਸੀ ਜਗ੍ਹਾ ਜਾਵੇਂ। ਪਾਤਸ਼ਾਹ ਕਹਿੰਦੇ ਨੇ ਕਿ ਮੈਂ ਇੱਕ ਤੈਨੂੰ ਸਹਿਜ ਦੀ ਥਾਲ ਦੇਣਾ, ਦੁਨੀਆ ਦੇ ਕਿਸੇ ਕੋਨੇ ਵਿੱਚ ਚਲਾ ਜਾਈਂ, ਉਹ ਥਾਲ ਤੇਰੇ ਪਾਸ ਹੋਏਗੀ। ਗਗਨ ਮੈਂ ਥਾਲ, ਦੁਨੀਆ ਦੇ ਕਿਸੇ ਕੋਨੇ ਵਿੱਚ ਚਲੇ ਜਾਣਾ, ਉਹ ਥਾਲ ਮੌਜੂਦ ਹੈ। ਔਰ ਉੱਪਰ ਦੇਖਣਾ, ਗੁਰੂ ਦੀ, ਰੱਬ ਦੀ ਉਹ ਥਾਲ ਨਜ਼ਰ ਆਏਗੀ। ਕਿਤੇ ਵੀ ਚਲੇ ਜਾਣਾ, ਦੁਨੀਆ ਦੇ ਕਿਤੇ ਕੋਨੇ ਵਿੱਚ ਚਲੇ ਜਾਣਾ, ਗਗਨ ਮੈਂ ਥਾਲ ਰਬ ਚੰਦ ਦੀਪਕ। ਇਹ ਸਹਿਜ ਦੀ ਅਵਸਥਾ ਹੈ ਜਿੱਥੇ ਕੈਸੀ ਆਰਤੀ ਹੋਈ ਪਵ ਖੰਡਨਾ ਤੇਰੀ ਆਰਤੀ। ਇਹਦੇ ਵਿੱਚ ਉਚੇਚਾਪਨ ਕੁਝ ਵੀ ਨਹੀਂ। ਧੂਪ ਮਲਿਆਨ ਲੋ, ਪਵਨ ਚਵਰੋ, ਸਭ ਕੁਝ ਕੁਦਰਤੀ, ਸਭ ਕੁਝ ਪ੍ਰਕਿਰਤੀ, ਔਰ ਉਚੇਚਾਪਨ ਕਿਤੇ ਵੀ ਨਹੀਂ, ਵਿਖਾਵਾ ਕਿਤੇ ਵੀ ਨਹੀਂ, ਭੇਖ ਕਿਤੇ ਵੀ ਨਹੀਂ। ਕੇਵਲ ਇੱਕ ਅਵਸਥਾ, ਔਰ ਉਹ ਸਹਿਜ ਦੀ ਅਵਸਥਾ, ਜਿਸ ਦੇ ਵਿੱਚ ਮਨੁੱਖ ਦੀ ਡੋਲਣਾ ਵੀ ਕਿਤੇ ਨਹੀਂ। ਅਡੋਲ ਅਵਸਥਾ, ਸਹਿਜ ਅਵਸਥਾ।
उचेचे तौर पर तुसी कमली पाड़ोगे, उचेचे तौर पर कमली लियाओगे, पाड़ोगे, फिर पहरोगे। मैं थाईलैंड ਦੇ ਵਿੱਚ ਇੱਕ ਵਾਰੀ ਗਿਆ। ਉੱਥੇ ਮੈਨੂੰ ਇੱਕ ਵਿਦਿਆਰਥਣ ਨੇ ਸਵਾਲ ਪੁੱਛਿਆ। ਵਿਦਿਆਰਥਣ ਨਹੀਂ, ਗੁਰੂ ਕੀ ਸੰਗਤ ਦੇ ਵਿੱਚ ਆਈ ਸੀ ਬੱਚੀ, ਕਾਲਜ ਜਾ ਰਹੀ ਸੀ ਔਰ ਕਹਿਣ ਲੱਗੀ ਕਿ ਕਿਸ ਕਿਸਮ ਦੇ ਕੱਪੜੇ ਪਾ ਕੇ ਗੁਰਦੁਆਰਾ ਆਉਣਾ ਚਾਹੀਦਾ ਹੈ। ਅਸਲ ਦੇ ਵਿੱਚ ਪਹਿਰਾਵੇ ਦਾ ਕੋਈ ਕੌਨਸੈਪਟ ਹੈ ਹੀ ਨਹੀਂ, ਨਾ ਰੰਗ ਦਾ ਨਾ ਪਹਿਰਾਵੇ ਦਾ। ਪਰ ਇੱਕ ਗੱਲ ਸਪਸ਼ਟ ਹੈ ਕਿ ਤੜਕ ਭੜਕ ਵਾਲੇ ਕੱਪੜੇ ਮਨੁੱਖ ਨੂੰ ਭੜਕਾਉਂਦੇ ਨੇ, ਲੇਕਿਨ ਭੜਕਿਆ ਹੋਇਆ ਮਨੁੱਖ ਹੀ ਤੜਕ ਭੜਕ ਵਾਲੇ ਕੱਪੜੇ ਪਾਏਗਾ। ਜਿਸ ਦੇ ਅੰਦਰ ਸਹਿਜ ਹੈ ਉਸ ਦੇ ਬਾਹਰ ਤੜਕ ਫੜਕਤਾ ਨਹੀਂ ਹੈ। ਇਸ ਕਰਕੇ ਸਹਿਜ ਅਵਸਥਾ ਵਾਲਾ ਹਮੇਸ਼ਾ ਸਾਦਗੀ ਵਿੱਚ ਰਹੇਗਾ। ਤੜਕ ਭੜਕ ਅੰਦਰ ਹੈ ਤਾਂ ਬਾਹਰ ਭੜਕੀਲੇ ਕੱਪੜੇ ਪਾ ਲਏ। ਔਰ ਇਹੋ ਹੀ ਕਾਰਨ ਹੈ ਕਿ ਕਈ ਆਪਾਂ ਦੇਖਦੇ ਹਾਂ ਜਿਹੜੇ ਆਪਣੇ ਆਪ ਨੂੰ ਸਾਧ ਅਖਵਾਰੇ ਨੇ, ਇੰਨੀ ਸਜਾ ਕੇ ਉਹਨਾਂ ਨੇ ਇੰਨੀ ਤਰਤੀਬ ਦੇ ਨਾਲ ਗੋਲ ਬਣੀਆਂ ਹੁੰਦੀਆਂ ਨੇ, ਉੱਪਰ ਮਾਲਾਵਾਂ ਇੰਨੀ ਤਰਤੀਬ ਨਾਲ ਸਜਾਈਆਂ ਹੁੰਦੀਆਂ, ਥੱਲੇ ਘੁੰਗਰੂਆਂ ਵਾਲਾ ਇੱਕ ਖੰਡਾ ਵੀ ਲਾਇਆ ਹੁੰਦਾ, ਘੁੰਗਰੂ ਲਟਕੇ ਹੁੰਦੇ ਨੇ ਉਹਦੇ ਥੱਲੇ। ਪਤਾ ਨਹੀਂ ਉਹ ਕੀ ਸਾਬਤ ਕਰਨਾ ਚਾਹੁੰਦੇ ਨੇ। ਜੋ ਸਤਿਗੁਰ ਨੇ ਖੰਡਾ ਦਿੱਤਾ, ਜੋ ਸਤਿਗੁਰ ਦੇ ਖੰਡੇ ਦਾ ਕੌਨਸੈਪਟ ਸੀ, ਉਹ ਆਪਾਂ ਖਰਾਬੀ ਕਰ ਦਿੱਤਾ। ਉਚੇਚਾਪਨ, ਵਿਖਾਵਾ ਕਿਸ ਲਈ ਕੀਤਾ ਜਾਂਦਾ? ਸਿਰਫ ਆਪਣੇ ਵੱਲ ਲੁਕਾਈ ਨੂੰ ਆਕਰਸ਼ਿਤ ਕਰਨ ਦੇ ਲਈ। ਹੋਰ ਵਿਖਾਵੇ ਦਾ ਕੋਈ ਕਾਰਨ ਨਹੀਂ ਹੈ। ਮੈਂ ਉਸ ਨੂੰ ਕਿਹਾ, ਬੱਚੀ ਦੇਖ ਲਈ ਜਿਸ ਦੇ ਵਿੱਚ ਸਾਦਗੀ ਹੋਵੇ, ਗੁਰਦੁਆਰਾ ਆਣਾ ਹੈ। ਕਹਿੰਦੀ ਕਿ ਕਾਲਜ ਜਾ ਰਹੀ ਹੁੰਦੀ ਹੈ ਉਸ ਵਕਤ, ਤੇ ਕਾਲਜ ਦੀ ਯੂਨੀਫਾਰਮ ਇਹ ਤਾਂ ਨਹੀਂ ਕਹਿੰਦੀ ਕਿ ਤੜਕ ਭੜਕ ਵਾਲੇ ਕੱਪੜੇ ਪਾਓ। ਉਚੇਚਾਪਨ ਗੁਰਮਤ ਵਿੱਚ ਪ੍ਰਵਾਨ ਨਹੀਂ। ਕਿਸ ਲਈ ਪਟੋਲਾ ਪਾੜ ਰਹੇ ਹੈ? ਬਾਬਾ ਫਰੀਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾਲ ਹੀ ਜਵਾਬ ਦੇ ਦਿੱਤਾ, ਕਾਹੇ ਪਟੋਲਾ ਪਾੜਤੀ ਕਮਲੜੀ ਪਹਿਰਾਏ। ਅਗਰ ਤੂੰ ਕੰਬਲ ਠੰਡ ਤੋਂ ਬਚਾਓ ਦੇ ਲਈ ਓੜਿਆ ਹੋਇਆ ਹੈ ਤਾਂ ਮੁਬਾਰਕ ਹੈ, ਪਰ ਅਗਰ ਦਿਖਾਵੇ ਲਈ, ਖਿਮਾ ਕਰਨੀ, ਮੈਂ ਇੱਥੇ ਇੱਕ ਗੱਲ ਹੋਰ ਕਲੀਅਰ ਕਰਦੀ ਹਾਂ, ਸਾਫ਼ ਕਰਦੀ ਹਾਂ, ਮਾਫੀ ਮੰਗ ਕੇ ਆਪ ਜੀ ਤੋਂ, ਕਿ ਜਿਹੜੇ ਸੂਫੀ ਲੋਕ ਸਨ ਉਹ ਹਮੇਸ਼ਾ ਹੀ ਸੂਫ ਦਾ ਉਹ ਕੱਪੜਾ ਪਾਇਆ ਕਰਦੇ ਸਨ। ਸੂਫ ਨੂੰ ਆਪ ਅੰਗਰੇਜ਼ੀ ਦੇ ਵਿੱਚ ਇਹਦਾ ਮਤਲਬ ਦੇਖ ਲੈਣਾ, ਇਹਦਾ ਮਤਲਬ ਹੈ ਵੂਲ, ਉੱਨ। ਉੱਨ ਦਾ ਕੱਪੜਾ ਗਰਮੀਆਂ ਵਿੱਚ ਵੀ ਉਹ ਪਾਉਂਦੇ ਸਨ, ਤਾਂ ਫਿਰ ਭੇਖ ਨਾ ਹੋ ਗਿਆ। ਇਹਦਾ ਮਤਲਬ ਉਹਨਾਂ ਨੇ ਸੂਫ ਜਾਂ ਕੰਬਲ ਠੰਡ ਤੋਂ ਬਚਾਓ ਲਈ ਨਹੀਂ ਪਾਇਆ, ਭੇਖ ਕਰਨ ਲਈ ਪਾਇਆ। ਸਤਿਗੁਰੂ ਜੀ ਨੇ ਫਿਰ ਜਵਾਬ ਦਿੱਤਾ। ਗੁਰੂ ਅਮਰਦਾਸ ਮਹਾਰਾਜ ਜੀ ਨੇ, ਬਾਬਾ ਰਵਿਦਾਸ ਜੀ, ਬਾਬਾ ਫਰੀਦ ਜੀ ਨੇ ਜਿਸ ਵਕਤ ਕਿਹਾ, ਪਾੜ ਪਟੋਲਾ ਤਜ ਕਰੀ। ਸਤਿਗੁਰੂ ਜੀ ਕਹਿੰਦੇ ਨੇ, ਕਾਹੀ ਪਟੋਲਾ ਪਾੜਤੀ ਕਮਲੜੀ ਪਹਿਰਾਏ। ਨਾਨਕ ਘਰ ਹੀ ਬੈਠੀਆਂ ਸੋ ਮਿਲੇ ਜਿੰਨੀ ਇਤਰਾਸ ਕਰੇ। ਆਪਾਂ ਗੱਲ ਘਰ ਦੀ ਕਰ ਰਹੇ ਸੀ। ਘਰ ਹੀ ਬੈਠੀਆਂ ਸੌ ਮਿਲੇ। ਹੁਣ ਇਹ ਘਰ ਕਿਹੜਾ ਹੈ? ਇਹ ਥਿਰ ਘਰ ਹੈ, ਇਹ ਮਨ ਦਾ ਘਰ ਹੈ। ਇਹ ਅਸਲ ਉਹ ਘਰ ਹੈ, ਮਨ ਮੰਦਰ ਤਨਵੇਸ ਕਲੰਦਰ, ਘਟ ਹੀ ਤੀਰਥਨਾਮਾ। ਇੱਥੇ ਹੀ ਇਸ਼ਨਾਨ ਹੋਏਗਾ ਜਿਹਦਾ ਸਤਿਗੁਰ ਨੇ ਅੱਗੇ ਚੱਲ ਕੇ ਜ਼ਿਕਰ ਕੀਤਾ ਹੈ ਹੁਕਮਨਾਮਾ ਸਾਹਿਬ ਜੀ ਦੇ ਵਿੱਚ। ਜਦੋਂ ਪਾਤਸ਼ਾਹ ਕਹਿੰਦੇ ਨੇ, ਕਲਿਆਣ ਮੰਗਲ ਸਿਉ ਘਰ ਆਏ, ਕਰ ਇਸਨਾਨਾ, ਇਸਨਾਨ ਕਰਕੇ ਘਰ ਆਏ। ਨਾਨਕ ਘਰ ਹੀ ਬੈਠਿਆਂ ਸੋ ਮਿਲੇ, ਜੇ ਨੀਅਤ ਰਾਸ ਕਰੇ। ਗੱਲ ਨੀਅਤ ਦੇ ਰਾਸ ਕਰਨ ਦੀ ਹੈ। ਜੇ ਨੀਅਤ ਰਾਸ ਹੈ ਨਾ, ਤੇ ਭੇਖ ਕਰਨ ਨੂੰ ਮਨ ਨਹੀਂ ਕਰੇਗਾ, ਦਿਲ ਹੀ ਨਹੀਂ ਕਰੇਗਾ। ਕਿਉਂਕਿ ਭੇਖ ਕਾਹਦੇ ਲਈ ਕਰ ਰਿਹਾ ਮਨੁੱਖ? ਆਪਣੇ ਆਪ ਵੱਲ ਆਕਰਸ਼ਿਤ ਕਰਨ ਦੇ ਲਈ। ਹੁਣ ਹਰ ਕਿਸੇ ਦੇ ਆਕਰਸ਼ਿਤ ਕਰਨ ਦਾ ਆਪਣੇ ਆਪ ਨੂੰ ਢੰਗ ਵੱਖਰਾ ਹੈ। ਇੱਕ ਨਰਤਕੀ ਨੇ ਵੀ ਆਪਣੇ ਆਪ ਨੂੰ ਸਜਾਇਆ ਹੈ, ਉਹਨੇ ਆਪਣੇ ਆਪ ਗ੍ਰਾਹਕਾਂ ਨੂੰ ਆਕਰਸ਼ਿਤ ਕਰਨਾ ਹੈ। ਇੱਕ ਵੇਸਵਾ ਨੇ ਵੀ ਸਜਾਇਆ ਹੈ, ਕਿਉਂਕਿ ਉਹਨੇ ਆਪਣੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨਾ ਹੈ। ਔਰ ਖਿਮਾ ਕਰਨੀ, ਜੇ ਆਕਰਸ਼ਿਤ ਕਰਨ ਦੇ ਲਈ ਆਪਾਂ ਭਗਵੇ ਪਾ ਲਏ ਨੇ ਜਾਂ ਚਿੱਟੇ ਪਾ ਲਏ ਨੇ ਕਿ ਲੋਕ ਸਮਝ ਬੈਠਣ ਕਿ ਅਸੀਂ ਸੰਤ ਹਾਂ, ਤਾਂ ਫਿਰ ਫਰਕ ਕੀ ਹੋਇਆ? ਇਸ ਕਰਕੇ ਕੌਨਸੈਪਟ ਕੋਈ ਵੀ ਨਹੀਂ ਹੈ, ਨਾ ਰੰਗ ਦਾ ਨਾ ਕੱਪੜਿਆਂ ਦਾ। ਗੱਲ ਸਿਰਫ ਨੀਅਤ ਦੇ ਰਾਸ ਕਰਨ ਦੀ ਹੈ।
ਨਾਨਕ ਕਰ ਹੀ ਬੈਠੀਆਂ ਸੌ ਮਿਲੇ। ਜੇ ਨੀਅਤ ਰਾਸ ਕਰੇ, ਗੱਲ ਨੀਅਤ ਰਾਸ ਕਰਨ ਦੀ ਹੈ, ਤਾਂ ਨੀਅਤ ਰਾਸ ਕਰਨ ਤੋਂ ਬਾਅਦ ਘਰ ਹੀ ਬੈਠੀਆਂ ਭਾਵ ਇਸ ਮਨ ਵਿੱਚ ਹੀ ਹਿਰਦੇ। ਇਸ ਕਰਕੇ ਪੰਜਾਬ ਰੇਡੀਓ ਵਾਲੇ ਇਹ ਨਹੀਂ ਕਹਿੰਦੇ ਕਿ ਗੁਰਦੁਆਰੇ ਨਾ ਜਾਇਓ। ਘਰ ਦੀ ਪਰਿਭਾਸ਼ਾ ਦੁਸ਼ਪ੍ਰਚਾਰ ਕਰਨ ਲੱਗਿਆਂ ਵੀ ਲੋਕ ਸੋਚਦੇ ਨਹੀਂ। ਹਿਰਦੇ ਨਾਮ ਵਸਾਏ ਹੋ, ਘਰ ਬੈਠੇ ਗੁਰ ਤੇ ਆਏ ਹੋ। ਸਪਸ਼ਟ ਹੋ ਗਿਆ ਕਿ ਕਿਹੜਾ ਘਰ ਹੈ? ਮਨ ਦਾ ਉਹ ਘਰ, ਜਿਸ ਜਗ੍ਹਾ ਉੱਪਰ ਅਵਸਥਾ ਵੀ ਸਹਿਜ ਹੋ ਜਾਏਗੀ, ਅਡੋਲਣਾ ਵੀ ਮਨ ਵਿੱਚ ਆਏਗੀ। ਹਿਰਦੇ ਵਿੱਚ ਨਾਮ ਬਸੇਗਾ ਤਾਂ ਮਨ ਹੀ ਉਸ ਰੱਬ ਦਾ ਘਰ ਹੋ ਜਾਏਗਾ, ਹਿਰਦਾ ਹੀ ਘਰ ਹੋ ਜਾਏਗਾ। ਇਸ ਕਰਕੇ ਉਸ ਘਰ ਦੇ ਵਿੱਚ ਕੇਵਲ ਗੁਰੂ ਦੀ ਆਰਾਧਨਾ ਹੋਏਗੀ। ਉਸ ਘਰ ਵਿੱਚ ਫਿਰ ਵਿਕਾਰ ਨਹੀਂ ਹੋਣਗੇ। ਉਸ ਘਰ ਦੇ ਵਿੱਚ ਫਿਰ ਨੀਅਤ ਜਿਹੜੀ ਉਹ ਰਾਸ ਹੋਵੇਗੀ, ਨੀਅਤ ਖਰਾਬ ਨਹੀਂ ਹੋਵੇਗੀ। ਕਿਉਂਕਿ ਹਰ ਪਲ ਨੀਅਤ ਖਰਾਬ ਹੁੰਦੀ ਹੈ। ਖੂਬਸੂਰਤ ਕਿਸੇ ਦਾ ਮਕਾਨ ਦੇਖ ਲਿਆ, ਖੂਬਸੂਰਤ ਰੂਪ ਦੇਖ ਲਿਆ, ਕਿਸੇ ਨੂੰ ਤਰੱਕੀ ਕਰਦਿਆਂ ਦੇਖ ਲਿਆ, ਕਿਸੇ ਦੀ ਵੱਡੀ ਲੰਬੀ ਖੂਬਸੂਰਤ ਕਾਰ ਦੇਖ ਲਈ, ਕਿਸੇ ਦੀ ਵੱਡੀ ਚਲਦੀ ਹੋਈ ਫੈਕਟਰੀ ਦੇਖ ਲਈ, ਨੀਅਤ ਰਾਸ ਨਹੀਂ ਰਹੀ। ਇਲਜ਼ਾਮ ਲਾਣੇ ਸ਼ੁਰੂ ਕਰ ਦਿੱਤੇ, ਬੇਈਮਾਨੀ ਕੀਤੀ ਹੋਣੀ ਹੈ। ਜੇ ਬੇਈਮਾਨੀ ਕੀਤੀ ਹੋਣੀ ਹੈ ਤਾਂ ਉਹਨੂੰ ਮੁਬਾਰਕ ਜਿਹਨੇ ਕੀਤੀ ਹੈ, ਤੂੰ ਕਿਹੜੀ ਗੱਲੋਂ ਛੱਡ ਰਹੀ ਹੈ? ਨੀਅਤ ਰਾਸ ਨਹੀਂ ਰਹਿੰਦੀ ਉਸ ਵਕਤ ਜਦੋਂ ਹਿਰਦੇ ਵਿੱਚ ਨਾਮ ਨਹੀਂ ਵਸਦਾ। ਹਿਰਦੇ ਵਿੱਚ ਨਾਮ ਵਸ ਗਿਆ ਤਾਂ ਨੀਅਤ ਰਾਸ ਹੋ ਜਾਏਗੀ। ਸਤਿਗੁਰ ਕਹਿੰਦੇ ਨੇ, ਗੁਰ ਪੂਰੇ ਸੱਚ ਕਹਿਆ ਸੋ ਸੁਖ ਸਾਚਾ ਲਿਆ। ਅਗਰ ਨੀਅਤ ਰਾਸ ਹੋ ਗਈ, ਹਿਰਦੇ ਘਰ ਦੇ ਵਿੱਚ ਗੁਰੂ ਦੇ ਧਿਆਉਣ ਦੀ ਅਵਸਥਾ ਹਾਸਲ ਹੋ ਗਈ, ਨਾਨਕ ਘਰ ਹੀ ਬੈਠੀਆਂ ਸੌ ਮਿਲੇ ਦੀ ਅਵਸਥਾ ਆ ਗਈ, ਨਾਮ ਵਸ ਗਿਆ ਹਿਰਦੇ ਦੇ ਵਿੱਚ, ਤਾਂ ਫਿਰ ਕਿਹੜਾ ਸੁੱਖ ਮਿਲੇਗਾ? ਸੋ ਸੁਖ ਸਾਚਾ ਲਿਆ। ਕਿਉਂਕਿ ਦੁਨੀਆ ਦੇ ਜਿਹੜੇ ਸੁੱਖ ਨੇ ਨਾ, ਉਹ ਝੂਠੇ ਨੇ। ਦੁਨੀਆ ਵਿੱਚ ਅਨੇਕਾਂ ਹੀ ਸੁੱਖ ਮਨੁੱਖ ਮਾਣਦਾ ਹੈ, ਅਨੇਕਾਂ ਹੀ ਸੁੱਖਾਂ ਪਿੱਛੇ ਮਨੁੱਖ ਭੱਜਦਾ ਹੈ, ਦੌੜਦਾ ਹੈ। ਲੇਕਿਨ ਇਹ ਸਾਰੇ ਸੁੱਖ ਕੀ ਸੱਚੇ ਨੇ? ਇੱਕ ਵੀ ਸੁੱਖ ਸੱਚਾ ਨਹੀਂ ਹੈ। ਸੱਚਾ ਸੁੱਖ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦੇ ਵਸਣ ਦਾ ਹੈ। ਲੇਕਿਨ ਐਸਾ ਹੋਏਗਾ ਕਦੋਂ? ਆਪਣਾ ਹੋਇਓ ਗੁਰ ਮਿਹਰਬਾਨਾ। ਜਦੋਂ ਗੁਰੂ ਮਿਹਰਬਾਨ ਹੋਣਗੇ ਤਾਂ ਗੁਰੂ ਕੀ ਮਿਹਰਬਾਨ ਨਹੀਂ ਨੇ? ਗੁਰੂ ਮਿਹਰਬਾਨ ਹੀ ਨੇ। ਕੇਵਲ ਉਹਨਾਂ ਦੀ ਮਿਹਰਬਾਨੀ ਨੂੰ ਆਪਾਂ ਹਾਸਲ ਕਰਨਾ ਹੈ ਹਿਰਦੇ ਵਿੱਚ ਨਾਮ ਵਸਾ ਕੇ। ਹਿਰਦੇ ਵਿੱਚ ਨਾਮ ਨਹੀਂ ਵਸਿਆ ਤਾਂ ਕੁਝ ਵੀ ਨਹੀਂ ਹਾਸਲ ਹੋਏਗਾ। ਐਸੀ ਅਵਸਥਾ ਦੇ ਵਿੱਚ ਫਿਰ ਹੋਏਗਾ ਕਿ ਆਨੰਦ, ਸੁਖ, ਕਲਿਆਣ, ਮੰਗਲ, ਇਹ ਸਾਰੇ ਖੁਸ਼ੀ ਦੇ ਪ੍ਰਤੀਕ ਨੇ। ਆਨੰਦ ਵੀ ਖੁਸ਼ੀ ਦਾ, ਕੱਲ ਵੀ ਆਨੰਦ ਦਾ ਜ਼ਿਕਰ ਕੀਤਾ ਸੀ। ਜਾਗਰੂਕ ਅਵਸਥਾ ਦੇ ਵਿੱਚ ਆਨੰਦ। ਮੰਗਲ, ਮੰਗਲ ਵੀ ਖੁਸ਼ੀ ਦਾ ਪ੍ਰਤੀਕ ਹੈ। ਬਾਣੀ ਵਿੱਚ ਅਨੇਕਾਂ ਵਾਰ ਮੰਗਲ ਸ਼ਬਦ ਵੀ ਆਇਆ ਹੈ। ਕਲਿਆਣ, ਖੈਰੀਅਤ। ਆਨੰਦ, ਸੁਖ, ਕਲਿਆਣ, ਮੰਗਲ ਸਿਉਂ ਘਰ ਆਏ। ਮਨੁੱਖ ਦਾ ਦੁਨੀਆ ਤੋਂ ਜਾਣ ਨੂੰ ਦਿਲ ਨਹੀਂ ਕਰਦਾ। ਕਿਉਂ ਨਹੀਂ ਦਿਲ ਕਰਦਾ? ਜੇ ਪਤਾ ਲੱਗ ਜੇ ਮਿਲਨ ਹੋਣਾ ਅੱਗੇ ਚੱਲ ਕੇ, ਤਾਂ ਫਿਰ ਚਾਅ ਹੁੰਦਾ ਹੈ, ਉਮੰਗ ਹੁੰਦੀ ਹੈ। ਬਾਬਾ ਕਬੀਰ ਜਿਸ ਦਾ ਜ਼ਿਕਰ ਕਰਦੇ ਨੇ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਜਗ ਡਰ ਰਿਹਾ, ਮੇਰੇ ਮਨ ਆਨੰਦ ਕਿਉਂ ਹੈ? ਕਿਉਂਕਿ ਮਿਲਾਪ ਹੋਣ ਦੀ ਤਾਂਘ ਹੈ। ਪਤਾ ਲੱਗ ਗਿਆ ਕਿ ਮਿਲਨ ਹੋ ਜਾਣਾ ਅੱਗੇ। ਜਦੋਂ ਮਿਲਨ ਹੋ ਜਾਣਾ ਫਿਰ ਉਮੰਗ ਜਾਗਦੀ ਹੈ, ਫਿਰ ਮਰਨ ਤੋਂ, ਮੌਤ ਤੋਂ ਡਰ ਨਹੀਂ ਲੱਗਦਾ। ਤਾਂ ਫਿਰ ਮਰਨ ਤੋਂ ਬਾਅਦ ਹੋਏਗਾ ਕਿ ਮਰਨੇ ਤੇ ਹੀ ਪਾਈਏ ਪੂਰਨ ਪਰਮ ਆਨੰਦ। ਪੂਰਨ ਪਰਮਾ ਆਨੰਦ ਕਦੋਂ ਮਿਲੇਗਾ? ਅਕਾਲ ਪੁਰਖ ਦੀ ਪ੍ਰਾਪਤੀ ਤੋਂ ਬਿਨਾਂ ਉਹ ਸੁੱਖ ਸਾਚਾ ਨਹੀਂ ਲਿਆ ਜਾ ਸਕਦਾ। ਤਾਂ ਜਿਸ ਨੂੰ ਪਤਾ ਲੱਗ ਜਾਂਦਾ ਮਿਲਨ ਹੈ, ਮਨ 'ਚ ਚਾਓ ਉਸਦੇ ਉਦੋਂ ਹੀ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਮਨੁੱਖ ਨੂੰ ਆਪਣੇ ਆਪ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਮੇਰੀ ਮੁਕਤੀ ਹੈ। ਨਹੀਂ ਇਹ ਅਹਿਸਾਸ ਹੋਇਆ ਤਾਂ ਮੁਕਤੀ ਨਹੀਂ। ਲੀਨ ਹੋਣ ਦੀ ਭਾਵਨਾ ਦਾ ਅਹਿਸਾਸ ਹੀ ਮਨੁੱਖ ਨੂੰ ਉਸ ਪੱਖੋਂ ਇਸ ਗੱਲ ਦਾ ਆਭਾਸ ਕਰਵਾ ਦਿੰਦਾ ਹੈ ਕਿ ਹਿਰਦੇ ਦੇ ਵਿੱਚ ਹੁਣ ਨਾਮ ਹੈ। ਇਸ ਕਰਕੇ ਮਨ ਦੇ ਵਿੱਚ ਨੀਅਤ ਰਾਸ ਹੈ। ਮਨ ਡੋਲਦਾ ਨਹੀਂ, ਅਡੋਲ ਅਵਸਥਾ, ਸਹਿਜ ਅਵਸਥਾ ਹੈ। ਉਸ ਵਕਤ ਮਨ ਚੋਂ ਨਿੰਦਿਆ ਚੁਗਲੀ ਨਿਕਲਦੀ ਹੀ ਨਹੀਂ। ਉਸ ਵਕਤ ਕਿਸੇ ਵੱਲ ਦੇਖ ਕੇ ਨੀਅਤ ਕਦੀ ਵੀ ਖਰਾਬ ਹੁੰਦੀ ਹੀ ਨਹੀਂ। ਅਨੰਦ, ਸੁਖ, ਕਲਿਆਣ, ਮੰਗਲ ਸਿਉਂ ਘਰ ਆਏ, ਕਰ ਇਸਨਾਨਾ। ਇਹ ਇਸਨਾਨ ਕਿਹੜਾ ਹੈ?
ਜਿਸ ਦਾ ਜ਼ਿਕਰ ਮੈਂ ਆਪ ਜੀ ਦੇ ਚਰਨਾਂ ਵਿੱਚ ਕੀਤਾ ਸੀ ਕਿ ਜਿਸ ਵਕਤ ਹਿਰਦੇ ਵਿੱਚ ਨਾਮ ਵਸਦਾ ਹੈ ਉਸ ਵਕਤ ਆਤਮਕ ਪੱਖੋਂ ਅੰਦਰ ਇੱਕ ਇਸ਼ਨਾਨ ਹੁੰਦਾ ਹੈ, ਔਰ ਇਹੋ ਹੀ ਉਹ ਇਸ਼ਨਾਨ ਹੈ ਜੋ ਤੀਰਥ ਹੈ। ਬਾਹਰਲਾ ਇਸ਼ਨਾਨ ਤੀਰਥ ਨਹੀਂ ਹੈ, ਜਿਸ ਨੂੰ ਸਤਿਗੁਰਾਂ ਨੇ ਅੰਤਰ ਗਿਆਨ ਕਿਹਾ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਹੁਣ ਸਪਸ਼ਟ ਰੂਪ ਦੇ ਵਿੱਚ ਜਦੋਂ ਸਤਿਗੁਰੂ ਜੀ ਨੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ ਕਿਹਾ, ਤਾਂ ਅਗਲੀ ਮੁਬਾਰਕ ਪਾਵਨ ਪੰਕਤੀ ਦੇ ਵਿੱਚ ਜਦੋਂ ਇਸ਼ਨਾਨ ਦੀ ਗੱਲ ਕੀਤੀ ਹੈ, ਕਿਉਂਕਿ ਤੀਰਥ ਤੇ ਲੋਕ ਕਿਉਂ ਜਾਂਦੇ ਸਨ? ਇਸ਼ਨਾਨ ਕਰਨ ਵਾਸਤੇ ਜਾਂਦੇ ਸਨ। ਤੇ ਸਿੱਖ ਨੇ ਕਿਹੜਾ ਇਸ਼ਨਾਨ ਕਰਨਾ ਹੈ, ਕਿਹੜੇ ਤੀਰਥ ਤੇ ਜਾਣਾ ਹੈ? ਨਾਮ ਦੇ ਤੀਰਥ ਉੱਪਰ। ਨਾਮ ਦੇ ਤੀਰਥ ਦੀ ਪ੍ਰਵਾਨਗੀ ਕਿਵੇਂ? ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਇਹੋ ਹੀ ਇਸ਼ਨਾਨ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਅੰਤਰ ਗਿਆਨ ਦੀ ਅਵਸਥਾ, ਇਹੋ ਹੀ ਇਸ਼ਨਾਨ। ਇਸ ਕਰਕੇ ਜਿਨ੍ਹਾਂ ਨੇ ਇਸ ਤੀਰਥ ਨੂੰ, ਇਸ ਇਸ਼ਨਾਨ ਨੂੰ ਸਮਝ ਲਿਆ, ਘਰ ਬੈਠੇ ਜਦੋਂ ਅੰਤਰਾਤਮਾ, ਕਿਉਂਕਿ ਸਰੀਰਕ ਇਸ਼ਨਾਨ ਦੇ ਨਾਲ ਕੇਵਲ ਸਰੀਰ ਦੀ ਮੈਲ ਉਤਰਦੀ ਹੈ, ਤੇ ਜਿਸ ਵਕਤ ਨੀਅਤ ਖਰਾਬ ਹੁੰਦੀ ਹੈ ਤਾਂ ਮਨ ਨੂੰ ਮੈਲ ਲੱਗਦੀ ਹੈ। ਮਨ ਦੀ ਮੈਲ ਅੰਦਰਲਾ ਹੀ ਧੋ ਸਕਦਾ ਹੈ, ਕਿਉਂਕਿ ਬਾਬਾ ਕਬੀਰ ਸਪਸ਼ਟ ਕਹਿੰਦੇ ਨੇ, ਕਾਇਆ ਮਾਂਜਸ ਕੌਣ ਗੁਨਾਓ, ਜੋ ਘਟ ਭੀਤਰ ਹੈ ਮਲਣਾ, ਘਟ ਭੀਤਰ ਹੈ ਮਲਣਾ। ਮੈਲ ਸਰੀਰ ਦੇ ਅੰਦਰ ਹੈ, ਘਟ ਦੇ ਅੰਦਰ ਹੈ। ਔਰ ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮਨ ਕੀ ਮੈਲ ਨ ਤਨ ਤੇ ਜਾਤ। ਆਪ ਵੀ ਸੋਚ ਕੇ ਦੇਖ ਲੈਣਾ ਕਿ ਮਨ ਦੀ ਮੈਲ ਤਨ ਦੇ ਇਸ਼ਨਾਨ ਦੇ ਨਾਲ ਕਦੀ ਵੀ ਨਹੀਂ ਜਾਏਗੀ। ਮਨ ਕੀ ਮੈਲ ਨ ਤਨ ਤੇ ਜਾਤ। ਬਾਹਰੋਂ ਧੋਈ ਜਾਵੋ, ਆਪ ਆਪਣੀ ਕਾਰ ਨੂੰ ਬਾਹਰੋਂ ਧੋਈ ਜਾਣਾ, ਕਿ ਅੰਦਰੋਂ ਸੀਟਾਂ ਸਾਫ਼ ਹੋ ਜਾਣਗੀਆਂ, ਕਿ ਅੰਦਰੋਂ ਇੰਜਣ ਸਾਫ਼ ਹੋ ਜਾਏਗਾ। ਜਿਸ ਚੀਜ਼ ਨੂੰ ਧੋਣਾ ਹੈ ਉਸ ਚੀਜ਼ ਤੱਕ ਹੀ ਪਹੁੰਚ ਕਰਨੀ ਪਵੇਗੀ। ਧੋਣਾ ਮਨ ਹੈ। ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ, ਸਿਰ ਸਾਹਾ ਪਾਤ ਸਾਹਾ, ਗੁਰ ਭੇਟਤ ਮਨ ਉਮਾਹਾ। ਬੇਨਤੀ ਕੀਤੀ ਸੀ ਕਿ ਉਮੰਗ ਜਗਦੀ ਹੈ ਮਨ ਦੇ ਵਿੱਚ, ਉਤਸ਼ਾਹ ਜਗਦਾ, ਇੱਕ ਹੌਸਲਾ ਹੁੰਦਾ ਹੈ ਜਦੋਂ ਪਤਾ ਲੱਗ ਜਾਂਦਾ ਕਿ ਅੱਗੇ ਮਿਲਣ ਹੈ। ਆਤਮਕ ਉੱਚਤਾ ਸਥਿਰ ਰਹਿਣ ਵਾਲੀ ਹੈ। ਇਸ ਦੀ ਕੋਈ ਕੀਮਤ ਕਹੀ ਨਹੀਂ ਜਾ ਸਕਦੀ, ਦੱਸੀ ਨਹੀਂ ਜਾ ਸਕਦੀ, ਕਿਉਂਕਿ ਸ਼ਾਹਾਂ ਦਾ ਸ਼ਾਹ ਪਾਤਸ਼ਾਹ ਇੱਕ ਅਕਾਲ ਪੁਰਖ ਹੈ, ਉਸ ਤੋਂ ਵੱਡਾ ਹੋਰ ਕੋਈ ਨਹੀਂ। ਗੁਰੂ ਨੂੰ ਮਿਲਣ ਦਾ ਚਾਅ ਹੀ ਅਸਲ ਉਮੰਗ ਹੈ। ਗੁਰ ਭੇਟਤ, ਭੇਟਤ ਮੁਲਾਕਾਤ ਹੈ। ਗੁਰ ਭੇਟਤ ਮਨ ਉਮਾਹਾ। अगर ऐसा हो गया है, नीयत रास हो गई है, नीयत खराब नहीं हुई है, तो फिर पाप नहीं होएगा। सगल पराचित लाथे, पराचित पाप ਨੂੰ ਕਹਿੰਦੇ ਨੇ। ਮਿਲ ਸਾਧ ਸੰਗਤ ਕੇ ਸਾਥੇ। ਗੁਰਦੁਆਰੇ ਜਾਣ ਤੋਂ ਨਹੀਂ ਰੋਕਿਆ ਜਾ ਰਿਹਾ, ਮਿਲ ਸਾਧ ਸੰਗਤ ਕੇ ਸਾਥੇ। ਘਰ ਦੀ ਗੱਲ ਸਮਝਾਈ ਤਾਂ ਹੈ, ਕਿਉਂਕਿ ਤਰਿਆ ਸਾਧ ਸੰਗਤ ਦੇ ਵਿੱਚ ਜਾ ਕੇ ਹੀ ਹੋਵੇਗਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤ ਸੰਗਤ ਕੇਵਲ ਇੱਕ ਗੁਰਦੁਆਰ ਜਾ ਕੇ ਹੀ ਮਿਲੇਗੀ, ਕਿਉਂਕਿ ਸਤ ਸੰਗਤ ਕੈਸੀ ਜਾਣੀਏ? ਜਿੱਥੇ ਇੱਕੋ ਨਾਮ ਵਖਾਣੀਏ, ਜਿੱਥੇ ਇੱਕੋ ਹੀ ਨਾਮ ਵਿਆਖਿਆ ਹੋਵੇ, ਇੱਕੋ ਹੀ ਨਾਮ ਦੀ ਵਿਖਿਆਨਤਾ ਹੋਵੇ, ਉਹ ਸਤ ਸੰਗਤ ਹੀ ਅਸਲ ਸਤ ਸੰਗਤ ਹੈ। ਅਨਿਆਥਾ ਲੋਕ ਤਾਂ ਜਿੱਥੇ ਕੁਝ ਵੀ ਨਹੀਂ, ਰੱਬ ਦਾ ਨਾਮ ਵੀ ਨਹੀਂ ਲਿਆ ਜਾਂਦਾ, ਉਸਨੂੰ ਵੀ ਸਤ ਸੰਗਤ, ਸਾਧ ਸੰਗਤ ਕਹਿ ਦਿੰਦੇ ਨੇ। ਸਤ ਸੰਗਤ ਦੇ ਵਿੱਚ ਹੀ ਜਾਣਾ ਆਪਾਂ, ਔਰ ਘਰ ਬੈਠੇ ਦੀ ਗੱਲ ਨੂੰ ਸਮਝਣਾ। ਘਰ ਮਨ ਰੂਪੀ ਹਿਰਦਾ ਹੈ, ਜਿੱਥੇ ਨੀਅਤ ਬਣਦੀ ਹੈ, ਵਿਗੜਦੀ ਹੈ, ਰਾਸ ਹੁੰਦੀ ਹੈ ਜਾਂ ਖਰਾਬ ਹੁੰਦੀ ਹੈ। ਨੀਅਤ ਰਾਸ ਕਰਨੀ ਹੈ, ਖਰਾਬ ਕਰਨੀ ਹੈ। ਖਰਾਬ ਕਰਨੀ ਹੈ ਤਾਂ ਦੁਸ਼ਪ੍ਰਚਾਰ ਕਰੀ ਜਾਓ, ਉਹਦੇ ਨਾਲ ਕੀ ਫਰਕ ਪਵੇਗਾ? ਰਾਸ ਕਰਨੀ ਹੈ ਤਾਂ ਹਿਰਦੇ ਨਾਮ ਵਸਾਏ ਹੋ, ਘਰ ਬੈਠੇ ਗੁਰ ਤੇ ਆਏ ਹੋ। ਮਿਲ ਸਾਧ ਸੰਗਤ ਕੇ ਸਾਥੇ, ਗੁਣ ਨਿਦਾਨ ਹਰ ਨਾਮਾ, ਜਪ ਪੂਰਨ ਹੋਏ ਕਾਮਾ। ਕਈ ਵਾਰੀ ਮਨੁੱਖ ਐਸਾ ਵੀ ਕਹਿ ਦਿੰਦੇ ਨੇ, ਜੀ ਗੁਰਦੁਆਰੇ ਤਾਂ ਲੜਾਈਆਂ ਹੁੰਦੀਆਂ ਨੇ, ਇਸ ਕਰਕੇ ਅਸੀਂ ਘਰ ਹੀ ਗੁਰੂ ਗ੍ਰੰਥ ਸਾਹਿਬ ਜੀ ਰੱਖ ਲਏ ਨੇ। ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਾ ਮਤਲਬ ਇਹ ਨਹੀਂ ਕਿ ਆਪਾਂ ਸਤ ਸੰਗਤ ਤਿਆਗ ਦੇਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਘਰ ਵਿੱਚ ਨਿਵਾਸ ਹੋਵੇ, ਇਸ ਤੋਂ ਉੱਚੀ, ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੈ। ਪਰ ਉਹਦਾ ਮਤਲਬ ਇਹ ਨਹੀਂ ਕਿ ਸਤ ਸੰਗਤ ਤਿਆਗ ਦੇਣੀ, ਗੁਰਦੁਆਰੇ ਹੀ ਨਹੀਂ ਜਾਣਾ। ਜੋ ਲੜ ਰਹੇ ਨੇ ਉਹਨਾਂ ਦਾ ਆਪਣਾ ਕਰਮ ਹੈ, ਜੋ ਇਲੈਕਸ਼ਨਾਂ ਲੜ ਰਹੇ ਨੇ ਉਹਨਾਂ ਦਾ ਆਪਣਾ ਕਰਮ ਹੈ, ਜੋ ਪ੍ਰਧਾਨਗੀ ਲੈਣ ਗਏ ਨੇ ਉਹ ਪ੍ਰਧਾਨਗੀ ਲੈ ਕੇ ਵਾਪਸ ਆਉਣਗੇ।
ਉਹ ਫਿਰ ਸਿੱਖੀ ਲੈ ਕੇ ਨਹੀਂ ਆ ਸਕਦੇ, ਕਿਉਂਕਿ ਸਕੂਲ ਦੇ ਵਿੱਚ ਇੱਕੋ ਵਕਤ ਵਿਦਿਆਰਥੀ ਵੀ ਜਾਂਦਾ ਹੈ, ਉਸੇ ਵਕਤ ਸਕੂਲ ਦੇ ਵਿੱਚ ਘੰਟੀ ਵਜਾਉਣ ਵਾਲਾ ਚਪੜਾਸੀ ਵੀ ਜਾਂਦਾ ਹੈ, ਉਸੇ ਵਕਤ ਸਕੂਲ ਦੇ ਵਿੱਚ ਕਲਰਕ ਵੀ ਜਾਂਦਾ ਹੈ, ਉਸੇ ਵਕਤ ਸਕੂਲ ਦੇ ਵਿੱਚ ਫੀਸਾਂ ਲੈਣ ਵਾਲਾ ਵੀ ਜਾਂਦਾ ਹੈ, ਉਸੇ ਵਕਤ ਸਕੂਲ ਦੇ ਵਿੱਚ ਸਫਾਈਆਂ ਕਰਨ ਵਾਲਾ ਵੀ ਜਾਂਦਾ ਹੈ। ਪਰ ਡਿਗਰੀ ਲੈ ਕੇ ਕੌਣ ਆਉਂਦਾ ਹੈ? ਕੇਵਲ ਵਿਦਿਆਰਥੀ। ਸਫਾਈਆਂ ਕਰਨ ਵਾਲਾ ਵੀ ਉੱਥੇ ਬੈਠਾ ਹੈ, ਘੰਟੀਆਂ ਵਜਾਉਣ ਵਾਲਾ ਵੀ ਉੱਥੇ ਬੈਠਾ ਹੈ, ਕਲਰਕ ਵੀ ਉੱਥੇ ਬੈਠਾ ਹੈ। ਉਹਨਾਂ ਦੇ ਕੋਲ ਉਹ ਡਿਗਰੀ ਨਹੀਂ ਆਈ ਜਿਹੜਾ ਵਿਦਿਆਰਥੀ ਲੈਣ ਗਿਆ ਸੀ, ਕਿਉਂਕਿ ਜਿਹੜਾ ਡਿਗਰੀ ਲੈਣ ਗਿਆ ਸੀ ਡਿਗਰੀ ਤਾਂ ਉਹਨੂੰ ਮਿਲੇਗੀ ਜਿਹੜਾ ਵਿਦਿਆਰਥੀ ਬਣ ਕੇ ਗਿਆ ਸੀ, ਜਿਹੜਾ ਸਿੱਖ ਬਣ ਕੇ ਗਿਆ ਸੀ। ਅਤੇ ਜਿਹੜਾ ਸਿੱਖ ਬਣ ਕੇ ਗਿਆ ਸੀ ਉਹਦਾ ਤਾਂ ਕੋਈ ਕੰਮ ਹੀ ਨਹੀਂ ਉੱਥੇ ਲੜਨ ਦਾ। ਲੜਿਆ ਤਾਂ ਉਹੀ ਹੈ ਜਿਸ ਦੇ ਕੋਲ ਹਉਮੈ ਸੀ, ਅਤੇ ਹਉਮੈ ਸਿੱਖ ਦੇ ਕੋਲ ਨਹੀਂ ਹੈ। ਸਤਿਗੁਰ ਕਹਿੰਦੇ ਨੇ ਪੂਰਨ ਕੰਮ ਇਸ ਤਰੀਕੇ ਦੇ ਨਾਲ ਹੋਣਗੇ, ਗੁਰ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ। ਗੁਰ ਕੀਨੋ ਮੁਕਤ ਦੁਆਰ, ਗੁਰ ਕੀਨੋ ਮੁਕਤ ਦੁਆਰਾ, ਸਭ ਸ੍ਰਿਸ਼ਟ ਕਰੇ ਜੈਕਾਰਾ, ਨਾਨਕ ਪ੍ਰਭ ਮੇਰੇ ਸਾਥੇ, ਜਨਮ ਮਰਨ ਪੈ ਲਾਤੇ। ਪੈ ਕਾਹਦਾ? ਲੱਥ ਗਿਆ ਨਾ ਪੈ। ਫਿਰ ਪਾਤਸ਼ਾਹ ਕਹਿੰਦੇ ਨੇ ਗੁਰੂ ਨੇ ਸਿਮਰਨ ਦਾ ਦੁਆਰ ਮੇਰੇ ਲਈ ਤਿਆਰ ਕੀਤਾ, ਜੋ ਵਿਕਾਰਾਂ ਤੋਂ ਮੇਰੀ ਖਲਾਸੀ ਕਰ ਦਿੰਦਾ, ਉਹੀ ਗੁਰਦੁਆਰਾ ਹੈ, ਉਹੀ ਗੁਰੂ ਦਾ ਦੁਆਰ। ਗੁਰੂ ਦੀ ਇਸ ਦਾਤ ਦੇ ਕਾਰਨ ਸਾਰੀ ਸ੍ਰਿਸ਼ਟੀ ਗੁਰੂ ਦੀ ਹੀ ਸ਼ੋਭਾ ਕਰਦੀ ਹੈ। ਸਤਿਗੁਰ ਕਹਿੰਦੇ ਨੇ ਗੁਰੂ ਮੇਰੇ ਅੰਗ ਸੰਗ ਹੈ, ਕਿਉਂਕਿ ਮੈਂ ਗੁਰੂ ਨੂੰ ਹਿਰਦੇ ਵਿੱਚ ਵਸਾ ਲਿਆ। ਹਿਰਦੇ ਤੋਂ ਬਗੈਰ ਮੈਂ ਕਿਤੇ ਜਾ ਨਹੀਂ ਸਕਦਾ। ਹਾਂ, ਸਰੀਰ ਕਿਤੇ ਬੈਠਾ ਹੋਵੇ ਔਰ ਹਿਰਦਾ ਕਿਤੇ ਹੋਰ ਚਲਾ ਜਾਵੇ ਤਾਂ ਸਰੀਰ ਉੱਥੇ ਬੈਠਾ ਰਹਿੰਦਾ, ਪਰ ਹਿਰਦਾ ਕਿਤੇ ਹੋਰ ਗਿਆ ਹੁੰਦਾ। ਇਸ ਕਰਕੇ ਹਿਰਦੇ ਦੇ ਵਿੱਚ ਨਾਮ ਵਸਾਉਣਾ, ਤਾਂ ਕਿ ਜਿੱਥੇ ਸਰੀਰ ਹੋਵੇ ਹਿਰਦਾ ਵੀ ਉੱਥੇ ਹੀ ਹੋਵੇ। ਅਕਾਲ ਪੁਰਖ ਅੰਗ ਸੰਗ ਹੈ, ਇਸ ਕਰਕੇ ਜਨਮ ਮਰਨ ਦਾ ਡਰ ਪਾਓ ਲੈ ਗਿਆ, ਕਿਉਂਕਿ ਹਿਰਦੇ ਵਿੱਚ ਅਕਾਲ ਪੁਰਖ ਵਸ ਗਿਆ। ਹਿਰਦੇ ਨਾਮ ਵਸਾਏ ਹੋ, ਘਰ ਬੈਠੇ ਗੁਰ ਤੇ ਆਏ ਹੋ। ਹੋਈਆਂ ਭੁੱਲਾਂ ਦੀ ਖਿਮਾ। ਵਿਚਾਰ ਕਰਦੀਆਂ ਨੇ ਕਈ ਪ੍ਰਕਾਰ ਦੀਆਂ ਜੋ ਭੁੱਲਾਂ ਚੁੱਕਾਂ ਗੁਸਤਾਖੀਆਂ ਹੋ ਗਈਆਂ ਨੇ, ਉਸ ਦੇ ਲਈ ਆਪ ਜੀ ਦਾ ਦਾਸ ਤੋਂ ਮੈਂ ਹੱਥ ਜੋੜ ਕੇ ਆਪ ਤੋਂ ਖਿਮਾ ਮੰਗਦਾ ਹੈ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ। ਅੱਜ ਦੇ ਇਤਿਹਾਸਿਕ ਪੰਨੇ ਵੀ ਫਰੋਲ ਲਈਏ ਜੀ। ਅੱਜ ਜੂਨ ਮਹੀਨੇ ਦੀ 22 ਤਰੀਕ ਹੈ, ਸਾਲ 2011, ਔਰ ਅੱਜ ਦੇ ਦਿਨ ਸਿੱਖ ਇਤਿਹਾਸ ਦੇ ਵਿੱਚ ਕੀ ਵਾਪਰਿਆ ਹੈ ਇਸ ਨੂੰ ਆਪਾਂ ਵਿਚਾਰ ਅਧੀਨ ਲਿਆਉਂਦੇ ਹਾਂ। ਅੱਜ ਦੇ ਦਿਨ ਭਾਵ 22 ਜੂਨ 1713 ਵਾਲੇ ਦਿਨ ਸਡੋਰਾ ਵਿਖੇ ਸਿੱਖਾਂ ਅਤੇ ਮੁਗਲ ਫੌਜਾਂ ਦੇ ਵਿਚਾਲੇ ਇੱਕ ਗਹਿ ਗੱਚ ਦੀ ਲੜਾਈ ਹੋਈ ਹੈ। ਇਸ ਦੇ ਵਿੱਚ ਸੈਂਕੜੇ ਹੀ ਸਿੰਘ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ, ਔਰ ਅਨੇਕਾਂ ਹੀ ਮੁਗਲ ਸਿਪਾਹੀ ਵੀ ਮਾਰੇ ਗਏ ਨੇ। ਅੱਜ ਦੇ ਦਿਨ ਭਾਵ 22 ਜੂਨ 1646 ਵਾਲੇ ਦਿਨ ਇੱਕ ਪੰਥਕ ਨੁਮਾਇੰਦਗੀ ਬੋਰਡ ਬਣਾਇਆ ਗਿਆ ਹੈ, ਜਿਸ ਦੇ ਵਿੱਚ ਉਸ ਵਕਤ ਦੀ ਅੰਤਰੀਮ ਸਰਕਾਰ ਨੂੰ ਬਾਈਕਾਟ ਕੀਤੇ ਜਾਣ ਦਾ ਮਤਾ ਪਾਸ ਕੀਤਾ ਗਿਆ, ਕਿਉਂਕਿ ਮਾਸਟਰ ਤਾਰਾ ਸਿੰਘ ਜੀ ਦੇ ਕਹੇ ਮੁਤਾਬਕ ਇਹ ਕਾਂਗਰਸ ਦੀ ਸਰਕਾਰ ਸਿੱਖਾਂ ਨੂੰ ਨਿਆਂ ਨਹੀਂ ਦੇ ਸਕਦੀ। ਅੱਜ ਦੇ ਦਿਨ 22 ਜੂਨ 1984 ਵਾਲੇ ਦਿਨ 5 ਸਿੰਘ ਸਾਹਿਬਾਨਾਂ ਵੱਲੋਂ ਉਸ ਵਕਤ ਦੇ ਨਿਹੰਗ ਮੁਖੀ ਬੁੱਢਾ ਦਲ ਦੇ ਬਾਬਾ ਸੰਤਾ ਸਿੰਘ ਨੂੰ ਪੰਥ ਦੇ ਵਿੱਚੋਂ ਖਾਰਿਜ ਕਰ ਦਿੱਤਾ ਗਿਆ। ਪੰਥ ਦੇ ਵਿੱਚੋਂ ਉਹਨਾਂ ਨੂੰ ਖਾਰਿਜ ਇਸ ਕਰਕੇ ਕੀਤਾ ਗਿਆ ਕਿਉਂਕਿ ਉਹਨਾਂ ਨੇ ਕਰਫਿਊ ਦੇ ਦੌਰਾਨ ਸਰਕਾਰ ਵੱਲੋਂ, ਜਿਸ ਨੂੰ ਆਪਾਂ ਕਾਰ ਸੇਵਾ ਕਹਿੰਦੇ ਹਾਂ, ਉਸ ਦੇ ਨਾਮ ਹੇਠ ਸਰਕਾਰੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ੁਰੂ ਕਰਵਾ ਦਿੱਤੀ ਸੀ। ਕੁਝ ਸਿੰਘਾਂ ਦਾ ਖਿਆਲ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਸ ਤਰ੍ਹਾਂ ਹੀ ਹੂਬਹੂ ਰੱਖਿਆ ਜਾਵੇ ਜਿਸ ਤਰ੍ਹਾਂ ਕਸ਼ਮੀਰ ਦੇ ਵਿੱਚ ਕਈ ਕਸ਼ਮੀਰੀ ਪੰਡਤਾਂ ਦੇ ਮੰਦਰ ਅਜੇ ਵੀ ਹੂਬਹੂ ਉਸ ਤਰ੍ਹਾਂ ਹੀ ਨੇ ਜਿਹੜੇ ਉਸ ਵਕਤ ਦੇ ਹਾਕਮ ਔਰੰਗਜ਼ੇਬ ਨੇ ਢਵਾਏ ਸਨ। ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਕੁਝ ਚਰਚ ਅਜੇ ਵੀ ਹੂਬਹੂ ਉਸ ਤਰ੍ਹਾਂ ਹੀ ਨੇ ਜਿਸ ਤਰ੍ਹਾਂ ਉਸ ਵਕਤ ਦੂਸਰੇ ਵਿਸ਼ਵ ਜੰਗ ਦੇ ਦੌਰਾਨ ਢਵਾ ਦਿੱਤੇ ਗਏ, ਜਾਂ ਫਿਰ ਬਾਹਰੋਂ ਆਏ ਹਮਲਿਆਂ ਦੇ ਵਿੱਚ ਜਿਹੜੇ ਚਰਚਾਂ ਨੂੰ ਢਾਇਆ ਗਿਆ। ਕੋਇੰਟਰੀ ਦੇ ਵਿੱਚ ਐਸੇ ਚਰਚ ਅੱਜ ਵੀ ਦੇਖੇ ਜਾ ਸਕਦੇ ਨੇ। ਤੋ ਇਸ ਕਰਕੇ ਖਿਆਲ ਇਹ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਸ ਤਰ੍ਹਾਂ ਦਾ ਇੰਦਰਾ ਦੇ ਹੁਕਮਾਂ ਦੇ ਨਾਲ ਭਾਰਤੀ ਫੌਜਾਂ ਨੇ ਜੋ ਹਾਲ ਕੀਤਾ ਹੈ, ਉਸੇ ਹਾਲ ਦੇ ਵਿੱਚ ਰੱਖਿਆ ਜਾਵੇ ਤਾਂ ਕਿ ਆਉਣ ਵਾਲੀਆਂ ਸਾਡੀਆਂ ਪਨੀਰੀਆਂ ਇਹ ਦੇਖ ਸਕਣ ਕਿ ਕਿਵੇਂ ਉਸ ਸਰਕਾਰ ਨੇ, ਜਿਸ ਨੂੰ ਅਸੀਂ ਆਪਣੀ ਹੀ ਕਹਿੰਦੇ ਸਾਂ, ਉਸ ਨੇ ਸਾਡੇ ਉੱਪਰ ਕਿਵੇਂ ਹਮਲਾ ਕੀਤਾ ਸੀ। ਪਰ ਇਸ ਅਕਾਲ ਤਖਤ ਸਾਹਿਬ ਜੀ ਦੀ ਜਗ੍ਹਾ ਉੱਪਰ ਇੱਕ ਹੋਰ ਤਖਤ ਸਾਹਿਬਾਨ ਬਣਾ ਦਿੱਤਾ ਜਾਵੇ।
लेकिन इंदिरा गांधी ने उस वक़्त बूटा सिंह जी की ये ड्यूटी लगाई सी। बूटा सिंह और निहंग मुखी संता सिंह अगर विचकार ना आउंदे तां अज आपां हूबहू उस तरह ही रखण दे विच सफल हो जांदे। जद जलियांवाले बाग दे विच गोलियां दे निशान अजे भी बाकी ने तां फिर क्यों मिटा दिते गए दरबार साहब अते अकाल तख्त साहब विखे लगियां होईयां गोलियां दे निशान। तो बूटा सिंह जी दी ये ड्यूटी लगाई गई उस वक्त दी प्रधानमंत्री इंदिरा गांधी वालों। बूटा सिंह ने उस वक्त कार सेवा वाले एक बाबे खड़क सिंह दे नाल गलबात की, उन्हां तक पहुंच की। खड़क सिंह बाबा खड़क सिंह दे बाबत ये कहा जाता सी कि वो जुबान दे थोड़े जे कौड़े सन पर मन करके वो बिल्कुल साफ सन। बूटा सिंह जी ने बाबा खड़क सिंह साहब नूं ये दस्सिया कि सरकारी सरपरस्ती हेठ सरकारी निगरानी हेठ श्री अकाल तख्त साहब जी की कार सेवा करवाई जानी है, इसकी आप मंजूरी दिओ। लेकिन जिहड़ा सच्चा सिख हुंदा है वो वक़्त नूं पहचानदा है। भेखी दंबी सिख इसे करके सामने आउंदे ने। उन्होंने बाबा खड़क सिंह साहब जी ने वक़्त नूं पहचान लिया। वक़्त विचारे सो बंदा होई, सतगुरु जी का भी फरमान है। तो बाबा खड़क सिंह साहब जी ने इस कार सेवा नूं यानी कि सरकारी सेवा नूं प्रवान नहीं किया। बाबा खड़क सिंह साहब जी की शर्त यह सी कि पहला भारत दीयां फौजां दरबार साहब कंपलैक्स दे विचों बाहर कढ़ियां जाण, सिख संगतां दे नाल बेरोक टोक पूरी तरह दे नाल दरबार साहब खोल दिते जाण और सिख संगतां इसकी सेवा करन। अज हुण कुछ विद्वान ऐसे भी पैदा हो गए ने, मैं कई बारी पढ़ के हैरान भी हो जाना। हुण कुछ तां इतिहास नूं तरोड़न मरोड़न वाले ने और कुछ वो भी ने जिहड़े हुण श्री अकाल तख्त साहब जी की होंद नूं भी चैलेंज कर रहे ने कि जी ये बुढ़ा जी और गुरदास जी ने या गुरु हरगोबिंद साहब जी ने बनाया होवे, ऐसा हो ही नहीं सकता। तो चलो गल यह है कि श्री अकाल तख्त साहब या गुरुद्वारा साहिबान की कोई भी इमारत होवे उस दे विच घट्टो घट्ट सहयोग साथ या फिर वो सेवा तो गुर के सिखां वालों ही होनी चाहिए है। पर वो उदाहरण देंदे ने, मिसाल देंदे ने कि जे मुसलमान रख सकता है नींव हरमंदर साहब की। हुण गुर साहिबाना दे वक़्त गुर साहिबाना दे कई फैसले सन। सतगुरां ने पैगाम इहो ही देना सी कि जिहड़ा धर्म दे विच परपक्ष है, धर्म दे विच जिहड़ा सच्चा सुचा है, इहो ही अक्सर महापुरख संत बाबा जरनैल सिंह खालसा भिंडरां क्या करते सन कि जिहड़ा हिंदू सही मायने विच हिंदू है, जिसने चोटी बोधी रखी होवे, 14 तिलक लाउंदा होवे, मेरे कोल आवे मैं सिरों भाव देआऊंगा उसनूं। अगर कोई सच्चा मुसलमान है, 5 वक़्त दा नमाजी है, मेरे पास आवे मैं सिरों भाव देआऊंगा उसनूं। सतगुर सुनेहा सानू इहो देना चाहते सन कि कोई भी पुरख धर्म करके पक्का तो होवे, घट्टो घट्ट धर्म करके कोई पक्का उन्नी देर तक नहीं हो सकता जिन्नी देर तक वो उस धर्म का सही सिख ना बने, सही और न्यायी सही डिसाइपल ना बने। तो गल अजे भी नहीं समझ लग रही, इस करके सानू बार बार घाटे पै रहे ने। और खास करके जिहड़ा इस वक्त काम खराब हो रहा है उन्हां वालों हो रहा है जिहड़े साडी भेख दे विच और भेख दे विच वड़ के फिर वो प्रचार की कर रहे ने जिहड़े पार्टियां वालों आप भेजे जाते हैं, यानी कि जिवें सरकार दी एजेंसियां वालों या कांग्रेस या RSS वालों, तो जिहड़ा सही प्रचार कर रहा हुंदा उस नूं ही सगों वो उल्टा। और क्योंकि इन्हां दे कोल होर कोई काम नहीं हुंदा, वेले हुंदे ने, सरकार वालों पैसे मिल रहे हुंदे ने, इस करके अजकल का सब तो आसान काम है इंटरनेट। इस दे उपर बस 24 घंटे बैठे उही करी जाते हैं। जिदी मर्जी तुसी तस्वीर कढ़ लो, जिदी मर्जी तस्वीर बिगाड़ दो, जिदी मर्जी तस्वीर नाल खिलवाड़ कर लो, जिदी मर्जी आवाज़ नाल जो मर्जी करी जाओ। लेकिन सिख जिहड़े हुंदे ने वो फिर उस दे मगर पै जांदे ने जिहदे खिलाफ उन्होंने कुछ किया हुंदा है। वो जी तुहाडे खिलाफ आ निकलिया सी, ਇਹਦਾ ਹੁਣ ਸਪਸ਼ਟੀਕਰਨ ਦਿਓ, ਇਹਦਾ ਹੁਣ ਜਵਾਬ ਦਿਓ। ਉਹ ਇਹ ਸੋਚਦੇ ਹੀ ਨਹੀਂ ਕਿ ਇਹ ਇੱਕ ਕੰਮ ਜਿਹੜਾ ਹੋ ਰਿਹਾ ਹੈ ਇਹ ਕਿਸ ਦੇ ਕਹੇ ਦੇ ਉੱਤੇ ਹੋ ਰਿਹਾ ਹੈ, ਸ਼ਰਾਰਤਾਂ ਕੌਣ ਕਰ ਰਿਹਾ ਹੈ। ਗੁਰੂ ਹਰਗੋਬਿੰਦ ਮਹਾਰਾਜ ਜੀ, ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ, ਆਪ ਇਸ ਗੱਲ ਨੂੰ ਧਿਆਨ ਦੇ ਨਾਲ ਸੁਣਨਾ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਫੈਸਲਾ ਕੀਤਾ ਕਿ ਗੁਰਿਆਈ ਦੀ ਜਿਹੜੀ ਸੇਵਾ ਹੈ, ਗੁਰਗੱਦੀ ਦਾ ਜਿਹੜਾ ਹੱਕ ਹੈ, ਉਹ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਪਿਤਾ ਗੁਰੂ
हर राय महाराज जी ਦੇ ਮੁਬਾਰਕ ਮੋਢਿਆਂ ਉੱਪਰ ਰੱਖਿਆ ਜਾਵੇਗਾ। ਗੁਰੂ ਦਾ ਫੈਸਲਾ ਹੈ। ਗੁਰੂ ਦੇ ਫੈਸਲੇ ਅੱਗੇ ਕਿਸੇ ਨੂੰ ਕੋਈ ਵੀ ਕਿੰਤੂ ਪਰੰਤੂ ਕਰਨ ਦਾ ਕੋਈ ਹੱਕ ਨਹੀਂ। ਪਰ ਧੀਰਮਲ ਜੀ ਨੇ ਚਿੱਠੀ ਲਿਖੀ ਕਿ ਮੈਂ ਦੇਖਦਾ ਕਿਵੇਂ ਤੁਸੀਂ ਗੁਰਿਆਈ ਗੁਰੂ ਹਰ ਰਾਏ ਨੂੰ ਦਿੰਦੇ ਹੋ, ਇਹ ਹੱਕ ਮੇਰਾ ਹੈ। ਉਹਨਾਂ ਨੇ ਹੱਕ ਜਤਾਇਆ। ਸਤਿਗੁਰੂ ਗੁਰੂ ਹਰ ਰਾਏ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਉਹ ਚਿੱਠੀ ਸੰਗਤ ਦੇ ਵਿੱਚ ਸੁਣਾ ਦਿੱਤੀ ਕਿ ਸਿੱਖੋ ਤੁਹਾਡਾ ਕੀ ਫੈਸਲਾ, ਕਿਉਂਕਿ ਸੰਗਤ ਰੂਪ ਹੋ ਤੁਸੀਂ, ਤੁਹਾਡੇ ਫੈਸਲੇ ਨੂੰ ਮੈਂ ਜਾਣਨਾ ਚਾਹੁੰਦਾ। ਹੁਣ ਕੋਈ ਉੱਥੇ ਬੈਠੇ ਹੋਏ ਸਨ, ਮੇਰੇ ਵਰਗੇ ਵੀ ਹੋਣਗੇ ਵਿਚਾਰੇ, ਉੱਠ ਕੇ ਖੜੇ ਹੋ ਗਏ ਕਿ ਜੀ ਐਸੀ ਤੈਸੀ ਇਹਦੀ ਧੀਰ ਮਲੀ, ਇਹਦੀ ਹਿੰਮਤ ਕਿਵੇਂ ਹੋਈ। ਕਿਸੇ ਨੇ 4 ਗਾਲਾਂ ਕੱਢ ਦਿੱਤੀਆਂ, ਕਿਸੇ ਨੇ ਕਿਹਾ ਗੁਰੂ ਜੀ ਆਗਿਆ ਦਿਓ, ਇਹ ਧੀਰ ਮਲੀਏ ਦੀ ਜ਼ੁਬਾਨ ਮੈਂ ਬੰਦ ਕਰਦਾ, ਇਹਦੀਆਂ ਲੱਤਾਂ ਮੈਂ ਤੋੜਦਾ। ਸਤਿਗੁਰ ਕਹਿਣ ਲੱਗੇ ਮੈਂ ਚਿੱਠੀ ਤੁਹਾਨੂੰ ਇਸੇ ਕਰਕੇ ਸੁਣਾਈ ਸੀ, ਤੁਹਾਡਾ ਮੈਂ ਫੈਸਲਾ ਲੈਣਾ ਚਾਹੁੰਦਾ ਸੀ। ਹੁਣ ਮੇਰੀ ਗੱਲ ਵੀ ਸੁਣ ਲਓ। ਪਾਤਸ਼ਾਹ ਕਹਿਣ ਲੱਗੇ ਮਨੁੱਖ ਦੇ ਵਿੱਚ ਜ਼ਹਿਨੀ ਤੌਰ ਉੱਪਰ 2 ਮਤਾਂ ਹੁੰਦੀਆਂ ਨੇ, ਇੱਕ ਸਿੱਖ ਮਤ, ਇੱਕ ਸਿੰਘ ਮਤ ਹੈ, ਇੱਕ ਸੱਗ ਮਤ ਹੈ। ਚੋਣ ਤੁਸੀਂ ਕਰਨੀ ਹੈ ਕਿ ਕਿਹੜੀ ਮਤ ਤੁਸੀਂ ਅਪਣਾਉਣੀ ਹੈ, ਕਿਉਂਕਿ ਅਸੀਂ ਗੁਰ ਕੇ ਸਿੱਖਾਂ ਨੂੰ ਗੁਰ ਕੇ ਸਿੰਘ ਬਣਾਉਣਾ ਹੈ। ਇਹ ਸਿੰਘ ਬਣਨਗੇ ਅੱਗੇ ਚੱਲ ਕੇ। ਇਸ ਕਰਕੇ ਅਸੀਂ ਇਹਨਾਂ ਨੂੰ ਸਿੰਘ ਮਤ ਦੇਣੀ ਹੈ, ਸੱਗ ਮਤ ਨਹੀਂ ਦੇਣੀ। ਤੇ ਇੱਕ ਗੁਰਸਿੱਖ ਨੇ ਬੇਨਤੀ ਕੀਤੀ ਪਾਤਸ਼ਾਹ ਪਹਿਲਾਂ ਇਹਨਾਂ ਦੋਨਾਂ ਮਤਾਂ ਦੀ ਪਰਿਭਾਸ਼ਾ ਤਾਂ ਦਿਓ, ਇਹਨਾਂ ਦੋਨਾਂ ਮਤਾਂ ਬਾਰੇ ਦੱਸੋ ਤਾਂ ਸਹੀ ਕਿ ਸਿੰਘ ਮਤ ਕਿਹੜੀ ਹੈ ਤੇ ਸੱਗ ਮਤ ਕਿਹੜੀ ਹੈ। ਸਤਿਗੁਰ ਕਹਿਣ ਲੱਗੇ ਸਿੰਘ ਔਰ ਸੱਗ ਦਾ ਮਤਲਬ ਪਤਾ ਹੈ। ਪਾਤਸ਼ਾਹ ਹਾਂ, ਸਿੰਘ ਦਾ ਮਤਲਬ ਹੈ ਸ਼ੇਰ, ਸੱਗ ਦਾ ਮਤਲਬ ਹੈ ਕੁੱਤਾ। ਸੱਗ ਦਾ ਮਤਲਬ ਹੈ ਕੁੱਤਾ। ਤੇ ਸੱਗ ਮਤ ਕੀ ਹੈ? ਕੁੱਤੇ ਵਾਲੀ ਮਤ। ਤੇ ਕੁੱਤੇ ਵਾਲੀ ਮਤ ਕੀ ਹੈ? ਤਾਂ ਸਤਿਗੁਰਾਂ ਨੇ ਇੱਕ ਮਿਸਾਲ ਦਿੱਤੀ। ਪਾਤਸ਼ਾਹ ਕਹਿੰਦੇ ਕੁੱਤੇ ਨੂੰ ਲਾਠੀ ਮਾਰੋ ਨਾ, ਸੋਟੀ ਮਾਰੋ ਕੁੱਤੇ ਨੂੰ, ਤਾਂ ਕੁੱਤਾ ਹਮੇਸ਼ਾ ਸੋਟੀ ਨੂੰ ਪਕੜੇਗਾ। ਇਹ ਕੁੱਤੇ ਦੀ ਫਿਤਰਤ ਹੈ। ਤੇ ਜੇ ਸ਼ੇਰ ਨੂੰ ਸੋਟੀ ਮਾਰੋ ਤਾਂ ਸ਼ੇਰ ਸੋਟੀ ਨੂੰ ਨਹੀਂ ਪਕੜੇਗਾ, ਸ਼ੇਰ ਸੋਟੀ ਮਾਰਨ ਵਾਲੇ ਨੂੰ ਪਕੜੇਗਾ। ਸੋਟੀ ਮਾਰੀ ਕਿਸ ਨੇ ਹੈ? ਤਾਂ ਪਾਤਸ਼ਾਹ ਕਹਿਣ ਲੱਗੇ ਇਹ ਧੀਰਮਲ ਤਾਂ ਇੱਕ ਸੋਟੀ ਹੈ, ਇੱਕ ਲਾਠੀ ਹੈ। ਹੁਣ ਦੇਖ ਲਓ ਲਾਠੀ ਕਿਹਦੇ ਹੱਥ ਵਿੱਚ ਪਕੜੀ ਹੋਈ ਹੈ। ਜੇ ਤੁਸੀਂ ਲਾਠੀ ਮਾਰ ਵੀ ਦਿੱਤੀ ਨਾ ਤੇ ਉਹ ਅਗਲੇ ਤਾਂ ਕਈ ਲਾਠੀਆਂ ਪੈਦਾ ਕਰ ਲੈਣਗੇ। ਤੋ ਇਸ ਵਕਤ ਕਈ ਲਾਠੀਆਂ ਪੈਦਾ ਹੋ ਗਈਆਂ ਨੇ ਜਿਹੜੀਆਂ ਸਰਕਾਰੀ ਹੱਥਾਂ ਵਿੱਚ ਖੇਡ ਰਹੀਆਂ ਨੇ, ਔਰ ਉਹ ਜਿਹੜੇ ਸੱਚ ਦਾ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਖਿਲਾਫ ਹੀ ਉਹ ਆਪਣੇ ਮੋਰਚੇ ਖੋਲ ਬੈਠੀਆਂ ਨੇ। ਇਸ ਗੱਲ ਨੂੰ ਗੁਰ ਕੇ ਸਿੱਖੋ, ਸਮਝੋ। ਸਾਡੇ ਪਾਸੋਂ ਸਪਸ਼ਟੀਕਰਨ ਮੰਗਣ ਤੋਂ ਪਹਿਲਾਂ ਇਹ ਸੋਚੋ ਕਿ ਕੌਣ ਨੇ ਉਹ ਲੋਕ। ਇਹ ਉਹੀ ਲੋਕ ਨੇ ਜਿਹੜੇ ਗੁਰਮਤ ਨਹੀਂ ਪਹਿਚਾਣ ਰਹੇ, ਕੇਵਲ ਭੇਖ ਧਾਰ ਕੇ ਕਦੀ ਸਾਡਾ ਇਤਿਹਾਸ ਉਲਟ ਰਹੇ ਨੇ, ਕਦੀ ਸਾਡਾ ਸਾਹਿਤ ਉਲਟ ਰਹੇ ਨੇ। ਇਹ ਬੜੇ ਖਤਰਨਾਕ ਮੋੜ ਪਰ ਲੈ ਜਾਣਗੇ ਕੌਮ ਨੂੰ ਔਰ ਲਿਜਾ ਰਹੇ ਨੇ। ਔਰ ਮੈਂ ਤਾਂ ਹੈਰਾਨ ਰਹਿ ਗਿਆ, ਆਪਣੇ ਆਪ ਨੂੰ ਵਿਦਵਾਨ ਅਖਵਾਉਂਦੇ ਨੇ, ਗੁਰ ਪਾਤਸ਼ਾਹ ਜੀ ਦੀ ਬਾਣੀ ਨਕਲਾਂ ਲਾ ਲਾ ਕੇ ਪੜ੍ਹਦੇ ਨੇ ਕਿ ਫਲਾਣੇ ਨੇ ਇਸ ਤਰ੍ਹਾਂ ਪੜ੍ਹੀ, ਔਰ ਨਕਲ ਲਗਾ ਕੇ ਬਾਣੀ ਦੇ ਵਿੱਚ, ਔਰ ਕੋਈ ਇਤਰਾਜ਼ ਹੀ ਨਹੀਂ ਕਰ ਰਿਹਾ ਕਿ ਤੇਰੀ ਜ਼ਰੂਰਤ ਕਿਵੇਂ ਹੋਈ ਇਸ ਤਰ੍ਹਾਂ ਗੁਰਬਾਣੀ ਨੂੰ ਤੋੜ ਮਰੋੜ ਕੇ ਨਕਲਾਂ ਲਾ ਲਾ ਕੇ ਪੜ੍ਹੀ ਤੂੰ। ਹੱਦ ਹੋ ਗਈ, ਔਰ ਇਹ ਹੱਦ ਨਹੀਂ ਹੋਣ ਦੇਵੇਗੀ ਸਿੱਖ ਕੌਮ ਨੂੰ। ਇਕਜੁੱਟ ਜ਼ੋਰ ਲਗਾ ਲਓ, ਕਿਉਂਕਿ ਪਹਿਚਾਣ ਨਹੀਂ ਹੈ। ਲੋਕ ਸਵਾਲ ਪੁੱਛਦੇ ਨੇ ਕਿਉਂ ਨਹੀਂ ਹੋ ਰਹੇ? ਇਹ ਕਾਰਨ ਹੈ, ਹੋ ਵੀ ਨਹੀਂ ਸਕਦੇ। ਹੁਣ ਇੱਥੇ ਸੱਗ ਮਤ ਦਾ ਇਸਤੇਮਾਲ ਕੌਣ ਕਰ ਰਹੇ ਨੇ? ਉਹ ਲੋਕ ਜਿਹੜੇ ਲਾਠੀ ਬਣ ਗਏ ਨੇ ਇੰਦਰਾ ਗਾਂਧੀ ਦੀ, ਔਰ ਇੰਦਰਾ ਗਾਂਧੀ ਦੀ ਲਾਠੀ ਬਣ ਕੇ ਗਏ ਨੇ ਬਾਬਾ ਖੜਕ ਸਿੰਘ ਕੋਲ। ਬਾਬਾ ਖੜਕ ਸਿੰਘ ਨੇ ਉਹ ਲਾਠੀ ਪਹਿਚਾਣ ਲਈ, ਇਸ ਕਰਕੇ ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਨਹੀਂ ਕਰਾਂਗੇ ਕਾਰ ਸੇਵਾ, ਇਹ ਗੁਰ ਕੇ ਸਿੱਖ ਕਰਨਗੇ। ਅਕਾਲ ਤਖਤ ਸਾਹਿਬ ਗੁਰ ਕੇ ਸਿੱਖਾਂ ਦੀ ਸੇਵਾ ਹੈ। ਔਰ ਸੇਵਾ ਦੇ ਵਿੱਚ ਕੇਵਲ ਸੇਵਾ ਅੰਨ੍ਹੇਵਾਹ ਨਹੀਂ ਸ਼ੁਰੂ ਕਰ ਦਿੱਤੀ ਜਾਂਦੀ, ਉਸ ਦੇ ਵਿੱਚ ਪਹਿਲਾ ਫੈਸਲਾ ਲਿਆ ਜਾਂਦਾ ਹੈ। ਔਰ ਇਹ ਫੈਸਲਾ ਬਿਲਕੁਲ ਸਹੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਹੋਰ ਜਗ੍ਹਾ ਬਣਾ ਦਿੱਤਾ ਜਾਵੇ। ਇਸ ਅਕਾਲ ਤਖਤ ਨੂੰ ਜਿਸ ਦੇ ਉੱਪਰ ਇੰਦਰਾ ਨੇ ਆਪਣੀਆਂ ਫੌਜਾਂ ਚਾੜੀਆਂ ਨੇ, ਇਸ ਨੂੰ ਹੂਬਹੂ ਇਸ ਤਰ੍ਹਾਂ ਹੀ ਰੱਖਿਆ ਜਾਵੇ। ਆਖਿਰ ਫਿਰ ਇੰਦਰਾ ਸਫਲ ਹੋ ਗਈ, ਕਿਉਂਕਿ ਆਪਾਂ ਲਾਠੀ ਪਕੜਨ ਪੈ ਗਏ ਨਾ। ਉਹਨਾਂ ਨੇ ਇੱਕ ਹੋਰ ਲਾਠੀ ਕੱਢ ਲਈ। ਲਾਠੀਆਂ ਜਿੰਨੀਆਂ ਮਰਜ਼ੀ ਤੋੜ ਲਓ, ਲਾਠੀਆਂ ਦਾ ਸੋਟੀਆਂ ਦਾ ਕੀ ਹੈ। ਸੰਤਾ ਸਿੰਘ ਨਿਹੰਗ ਨੂੰ ਮੋਹਰਾ ਬਣਾ ਦਿੱਤਾ। ਹੁਣ ਚਿਹਰਾ ਤਾਂ ਉਸਦਾ ਬਿਲਕੁਲ ਐਨ ਚੜ੍ਹਦੀਆਂ ਕਲਾ ਵਾਲਾ, ਦਸਤਾਰ ਵੀ ਨਿਹੰਗਾਂ ਵਾਲੀ, ਕਿਆ ਖੂਬਸੂਰਤ।
तो ਸੰਤਾ ਸਿੰਘ ਜੀ ਨੇ ਉਹ ਕਾਰ ਸੇਵਾ ਸ਼ੁਰੂ ਕਰਵਾਈ ਔਰ ਆਖਰ ਉਹਨਾਂ ਨੂੰ ਪੰਥ ਦੇ ਵਿੱਚੋਂ ਅੱਜ ਦੇ ਦਿਨ ਯਾਨੀ ਕਿ 22 ਜੂਨ 1984 ਵਾਲੇ ਦਿਨ ਕੱਢ ਦਿੱਤਾ ਗਿਆ।